ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਸੀ ਪ੍ਰਕਾਰ ਨਿਤਾ ਪ੍ਰਤ ਬਾਣੀ, ਲਿਖਵਾਵਹਿ ਰਚ ਰਚ ਗੁਣ ਖਾਨੀ। ਬਹੁਰ ਕਥਾ ਔਰੈ ਇਕ ਹੋਈ, ਬਰਨੀ ਬਨੈ ਇਹਾਂ ਅਬ ਸੋਈ। ਇਸ ਪ੍ਰਕਾਰ ਨਿਤਾ ਪ੍ਰਤ ਬਾਣੀ, ਲਿਖਵਾਵਹਿ ਰਚ ਰਚ ਗੁਣ ਖਾਨੀ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਸਤਿਗੁਰੂ, ਹਾਜ਼ਰਾ ਹਜੂਰ ਗੁਰੂ, ਜਹਰਾ ਜਹੂਰ ਗੁਰੂ, ਸਰਬ ਕਲਾ ਭਰਪੂਰ, ਅੰਤਰਜਾਮੀ, ਸੁੱਖਾਂ ਦੇ ਸਾਗਰ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦਾ ਸਭਨਾਂ ਦਾ ਹੀ ਭਲਾ ਕਰਨ ਵਾਲੇ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਜੀ, ਮੁਕਤ ਭੁਗਤ ਜੁਗਤ ਦੇ ਦਾਤੇ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕਰਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਆਪਾਂ ਸਾਰਿਆਂ ਤੇ ਕਿਰਪਾ ਕੀਤੀ ਹੈ, ਆਪਾਂ ਨੂੰ ਆਪਣੀ ਹਾਜ਼ਰੀ ਵਿੱਚ, ਚਰਨਾਂ ਵਿੱਚ, ਗੋਦ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਦੇ ਨਾਲ ਲੜੀਵਾਰ ਕਥਾ ਆਪਾਂ ਸਾਰੇ ਹੀ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹਾਂ। ਸਰਬੱਤ ਸੰਗਤਾਂ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੁਨੀਆ ਦਾ ਭਲਾ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾ ਰਹੇ ਹਨ। ਇਹ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸੰਗਤ ਜੀ,
ਜਦੋਂ ਮਹਾਰਾਜ ਸਰੂਪ ਲਿਖਾ ਰਹੇ ਨੇ, ਆਪ ਜੀ ਨੇ ਸਰਵਣ ਕੀਤਾ, 52 ਅੱਖਰੀ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਜੀ। ਬਹੁਤ ਸਾਰੀਆਂ ਪੰਗਤੀਆਂ ਜਿਹੜੀਆਂ ਨੇ ਨਾ, ਉਹ 52 ਅੱਖਰੀ ਦੀਆਂ ਸਾਨੂੰ ਸੰਗਤਾਂ ਨੂੰ ਜ਼ੁਬਾਨੀ ਯਾਦ ਨੇ। ਅਸੀਂ ਖੋਜ ਨਹੀਂ ਕਰਦੇ ਵੀ ਇਹ ਪੰਗਤੀਆਂ ਕਿੱਥੇ ਲਿਖੀਆਂ ਨੇ ਜੀ। ਆਪਾਂ ਇੱਕ ਪੰਗਤੀ ਪੜ੍ਹਦੇ ਹਾਂ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਹੱਥ। ਇਹ ਪੰਗਤੀਆਂ 52 ਅੱਖਰੀ ਬਾਣੀ ਦੀਆਂ ਹਨ ਜੀ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਬਾਣੀ 52 ਅੱਖਰੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਵਿਚਾਰ ਕੀਤੀ ਹੈ, ਕਲਯੁਗ ਦਾ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ। ਮਨੁੱਖ ਪੁੰਨ ਘੱਟ ਕਰਦਾ ਹੈ ਤੇ ਪਾਪ ਜ਼ਿਆਦਾ ਕਰਦਾ ਹੈ ਜੀ। ਭਾਵ ਉਹ ਕਰਮ ਤੇ ਬੰਦਾ ਜ਼ਿਆਦਾ ਕਰਦਾ ਹੈ ਜਿਨ੍ਹਾਂ ਕਰਮਾਂ ਦਾ ਫਲ ਬੁਰਾ ਹੈ, ਜਿਨ੍ਹਾਂ ਕਰਮਾਂ ਦਾ ਫਲ ਭਲਾ ਹੈ, ਉਹ ਕਰਮ ਬੰਦਾ ਘੱਟ ਕਰਦਾ ਹੈ। ਪਾਪਾਂ ਦੇ ਵਿੱਚ ਪਿਆ ਹੋਇਆ ਬੰਦਾ ਨਰਕਾਂ ਨੂੰ ਜਾਂਦਾ ਹੈ। ਨਰਕਾਂ ਵਿੱਚ ਬੜਾ ਦੁੱਖ ਮਿਲਦਾ, ਉੱਥੇ ਕੋਈ ਵੀ ਬੰਦੇ ਦੀ ਰਾਖੀ ਕਰਨ ਲਈ ਨਹੀਂ ਪਹੁੰਚਦਾ। ਮਹਾਰਾਜ ਨੇ ਵਿਚਾਰ ਕੀਤੀ ਵੀ ਐਸੀ ਬਾਣੀ ਉਚਾਰੀਏ ਜਿਸ ਦੇ ਨਾਲ ਕਲਯੁਗੀ ਜੀਵਾਂ ਨੂੰ ਬਹੁਤ ਸੁੱਖ ਪ੍ਰਾਪਤ ਹੋਵੇ, ਜਿਹੜੀ ਸੁੱਖਾਂ ਦੀ ਦਾਤੀ ਹੋਵੇ ਜੀ। ਤੇ ਸੰਗਤ ਜੀ ਫਿਰ ਆਪ ਜੀ ਨੇ ਸਰਵਣ ਕੀਤਾ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਤੁਰ ਪਏ। ਥੋੜ੍ਹਾ ਜਿਹਾ ਟਹਿਲੇ, ਉਹਦੇ ਤੋਂ ਬਾਅਦ ਮਹਾਰਾਜ ਜੀ ਇਸ਼ਨਾਨ ਕਰਕੇ ਰਾਮਸਰ ਸਰੋਵਰ ਦੇ ਇੱਕ ਪਾਸੇ ਜਿੱਥੇ ਬੇਰੀ ਸੁਭਾਏਮਾਨ ਹੈ, ਉੱਥੇ ਬੈਠ ਗਏ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਹੈ ਜੀ। ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਬਹੁਤ ਮਹਾਤਮ ਹੈ ਜੀ। ਬਹੁਤ ਸੰਗਤਾਂ ਬਹੁਤ ਪਿਆਰ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਨ ਜੀ। ਬਾਣੀ ਵੀ ਸਰਲ ਹੈ, ਛੇਤੀ ਯਾਦ ਹੋਣ ਵਾਲੀ ਵੀ ਬਾਣੀ ਹੈ। ਸੁਖਮਨੀ ਸਾਹਿਬ ਜੀ ਦੇ ਮਹਾਤਮ ਦੀਆਂ ਇੱਕ ਅੱਧੀਆਂ ਸਾਖੀਆਂ ਨਹੀਂ ਹੈਗੀਆਂ, ਸੁਖਮਨੀ ਸਾਹਿਬ ਜੀ ਦੇ ਮਹਾਤਮ ਦੀਆਂ ਬਹੁਤ ਸਾਖੀਆਂ ਹੈਗੀਆਂ ਨੇ ਜੀ। ਇਸ ਪਾਸੇ ਨਹੀਂ ਤੁਰਨਾ। 24 ਅਸ਼ਟਪਦੀਆਂ ਮਹਾਰਾਜ ਜੀ ਨੇ ਉਚਾਰੀਆਂ। ਉਹਨਾਂ ਅਸ਼ਟਪਦੀਆਂ ਤੋਂ ਪਹਿਲਾਂ 24 ਸ਼ਲੋਕ ਉਚਾਰਨ ਕੀਤੇ ਜੀ। ਇੱਕ ਸ਼ਲੋਕ ਅਸ਼ਟਪਦੀ, ਸ਼ਲੋਕ ਅਸ਼ਟਪਦੀ, ਸ਼ਲੋਕ ਅਸ਼ਟਪਦੀ, ਇਸ ਤਰ੍ਹਾਂ ਮਹਾਰਾਜ ਨੇ ਉਚਾਰਨ ਕੀਤੀ ਜੀ। ਭਾਈ ਸਾਹਿਬ ਨੇ ਲਿਖਿਆ, ਪਹਿਲਾਂ ਮਹਾਰਾਜ ਨੇ ਵਾਹਿਗੁਰੂ ਦੀ ਮਹਿਮਾ ਕੀਤੀ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਦੀ ਮਹਿਮਾ ਦੀ ਸਿਫਤ ਕੀਤੀ, ਸਿਮਰਨ ਦੀ ਮਹਿਮਾ ਦੀ ਸਿਫਤ ਕੀਤੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਸੋ ਆਪ ਜੀ ਨੇ ਸਾਰੀ ਕਥਾ ਸਰਵਣ ਕੀਤੀ ਸੀ। ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਉਚਾਰ ਰਹੇ ਹਨ। ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਹਨ। ਤੇ ਸੰਗਤ ਜੀ ਆਪ ਜੀ ਨੇ ਸੁਣਿਆ, ਭਾਈ ਗੁਰਦਾਸ ਜੀ ਦੀ ਜਿਹੜੀ ਕਲਮ ਹੈ ਨਾ, ਹਵਾ ਦੀ ਤਰ੍ਹਾਂ ਚੱਲ ਰਹੀ ਹੈ ਜੀ। ਇਹ ਮਹਾਰਾਜ ਆਪ ਭਾਈ ਗੁਰਦਾਸ ਜੀ ਦੇ ਕੋਲੋਂ ਸੇਵਾ ਲੈ ਰਹੇ ਨੇ। ਹੁਣ ਆਪਾਂ ਅਗਲਾ ਪ੍ਰਸੰਗ ਪਿਆਰ ਦੇ ਨਾਲ ਸਰਵਣ ਕਰਨਾ। ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਸੀ ਪ੍ਰਕਾਰ ਨਿਤਾ ਪ੍ਰਤ ਬਾਣੀ। ਇਸ ਤਰੀਕੇ ਨਾਲ ਹਰ ਰੋਜ਼ ਹੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਬਾਣੀ ਉਚਾਰਦੇ ਹਨ। ਲਿਖਵਾਵਹਿ ਹੈ ਰਚ ਰਚ ਗੁਣ ਖਾਨੀ। ਬਾਣੀ ਰਚ ਰਚ ਕੇ ਉਚਾਰ ਕੇ ਮਹਾਰਾਜ ਭਾਈ ਸਾਹਿਬ ਜੀ ਦੇ ਕੋਲੋਂ ਬਾਣੀ ਨੂੰ ਲਿਖਵਾ ਰਹੇ ਨੇ ਜੀ। ਬਹੁਤ ਸੱਚਖੰਡ ਵਾਲਾ ਮਾਹੌਲ ਬਣਿਆ ਹੈ। ਹਾਂਜੀ। ਬਾਹਰ ਕਥਾ ਔਰੈ ਇੱਕ ਹੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਸੰਗਤ ਜੀ ਇਸ ਸਮੇਂ ਦੌਰਾਨ ਇੱਕ ਹੋਰ ਕਥਾ ਹੋਈ ਕਹਿਣ ਲੱਗੇ। ਹਾਂਜੀ। ਬਰਨੀ ਬਨੈ ਇਹਾਂ ਅਬ ਸੋਈ। ਕਹਿਣ ਲੱਗੇ ਉਹ ਇੱਥੇ ਦੱਸਣੀ ਜ਼ਰੂਰੀ ਹੈ ਕਥਾ। ਉਹ ਕਿਹੜੀ ਕਥਾ ਹੋਈ, ਕੀ ਬਿਰਤਾਂਤ ਹੋਇਆ, ਉਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ। ਹਾਂਜੀ। ਰਾਮ ਕਲੀ ਸ਼ੁਭ ਰਾਗ ਮਝਾਰ। ਕਰਦਿਆਂ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮ ਕਲੀ ਰਾਗ ਤੱਕ ਬਾਣੀ ਪਹੁੰਚੀ ਹੈ। ਰਾਮ ਕਲੀ ਰਾਗ ਦੇ ਵਿੱਚ ਹਾਂਜੀ ਡੋਮ ਬਣਾਈ ਲਿਖੀ ਸੋ ਵਾਰ। ਕਹਿਣ ਲੱਗੇ ਡੂਮ ਦੀ ਬਣਾਈ ਹੋਈ ਵਾਰ ਵੀ ਮਹਾਰਾਜ ਨੇ ਦਰਜ ਕੀਤੀ ਹੈ ਜੀ। ਡੂਮ ਵੈਸੇ ਨਾਮ ਮਿਰਾਸੀ ਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਪਰ ਇੱਥੇ ਕਿਸੇ ਜਾਤ ਦੀ ਗੱਲ ਨਹੀਂ। ਜੇ ਜਾਤ ਦੀ ਗੱਲ ਹੋਵੇ ਮਹਾਰਾਜ ਉਹਨਾਂ ਦੀ ਬਾਣੀ ਲਿਖਣੀ ਕਿਉਂ? ਉਹਨਾਂ ਦੀ ਉਚਾਰਨ ਕੀਤੀ ਹੋਈ ਇੱਕ ਵਾਰ ਉਹ ਵੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਹਾਂਜੀ। ਲੱਧਾ ਸਿੱਖ ਤਿਨਹੋਂ ਲੈ ਆਵਾ। ਜਿਨ੍ਹਾਂ ਨੂੰ ਭਾਈ ਲੱਧਾ ਜੀ ਲੈ ਕੇ ਆਏ ਸਨ। ਹਾਂਜੀ। ਸ਼੍ਰੀ ਗੁਰ ਕੋ ਦਰਸ਼ਨ ਕਰਵਾਵਾ। ਗੁਰੂ ਸਾਹਿਬ ਜੀ ਦੇ ਮੁੜ ਦਰਸ਼ਨ ਜਿਨ੍ਹਾਂ ਨੂੰ ਭਾਈ ਲੱਧਾ ਪਰਉਪਕਾਰੀ ਨੇ ਕਰਵਾਏ ਸਨ ਜੀ। ਹਾਂਜੀ। ਸੁਨ ਸਿੱਖਨ ਬੁਝੀ ਸਭ ਸਾਥਾ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਆ ਭਾਈ ਰਾਮ ਕੋਇਰ ਜੀ ਜਦੋਂ ਇਹ ਕਥਾ ਕਰ ਰਹੇ ਸਨ ਨਾ, ਸਿੱਖ ਕਹਿਣ ਲੱਗੇ ਭਾਈ ਰਾਮ ਕੋਇਰ ਜੀ, ਬਾਬਾ ਜੀ ਮਹਾਂਪੁਰਖੋ ਸਾਨੂੰ ਪਹਿਲਾਂ ਇਹ ਸਾਰੀ ਕਥਾ ਸੁਣਾਓ। ਕੌਣ ਸਨ ਉਹ ਡੂਮ, ਕੌਣ ਸਨ ਭਾਈ ਲੱਧਾ ਜੀ? ਸਰਬ ਬਿਰਤਾਂਤ ਕਹੋ ਹਮ ਸਾਥਾ। ਕਿਰਪਾ ਕਰਕੇ ਸਾਨੂੰ ਸਾਰੀ ਕਥਾ ਸੁਣਾਓ ਕਹਿਣ ਲੱਗੇ। ਸੁਨ ਸ਼ਰੋਤਨ ਤੇ ਸਕਲ ਪ੍ਰਸੰਗ। ਜਦੋਂ ਸਰੋਤਿਆਂ ਨੇ ਇਸ ਤਰ੍ਹਾਂ ਕਿਹਾ ਵੀ ਸਾਨੂੰ ਉਹ ਵੀ ਕਥਾ ਸੁਣਾਓ, ਸੰਗਤ ਜੀ ਚੇਤਾ ਰੱਖਿਓ ਸਰੋਤੇ ਵਧੀਆ ਹੋਣ, ਸੁਣਨ ਵਾਲੇ ਹੋਣ, ਆਪ ਕਹਿਣ ਵੀ ਅਸੀਂ ਇਹ ਕਥਾ ਸੁਣਨੀ ਹੈ, ਸੁਣਾਉਣ ਵਾਲੇ ਨੂੰ ਵੀ ਚਾਅ ਚੜ੍ਹਦਾ ਹੈ ਜੀ। ਹਾਂਜੀ, ਕਿ ਕਥਾ ਸੁਣ ਰਹੇ ਨੇ ਜੀ। ਬੰਦਾ ਢਿੱਲਾ ਜਿਹਾ ਹੋਇਆ ਰਵੇ, ਸੁਣਾਉਣ ਵਾਲੇ ਨੂੰ ਵੀ ਨਹੀਂ ਆਨੰਦ ਤੇ ਸੁਣਨ ਵਾਲੇ ਨੂੰ ਵੀ ਨਹੀਂ ਆਨੰਦ ਜੀ। ਜਦੋਂ ਸਰੋਤਿਆਂ ਨੇ ਭਾਈ ਰਾਮ ਕੋਇਰ ਜੀ ਨੂੰ ਆਖਿਆ ਨਾ, ਭਾਈ ਰਾਮ ਕੋਇਰ ਜੀ ਸਾਨੂੰ ਬਾਬਾ ਲੱਧਾ ਜੀ ਦੀ ਕਥਾ ਸੁਣਾਓ, ਸਾਨੂੰ ਉਹਨਾਂ ਡੂਮ ਦੀ ਕਥਾ ਸੁਣਾਓ। ਹਾਂਜੀ। ਕੀਨ ਉਚਾਰਨ ਹਿਤ ਕੇ ਸੰਗ। ਤੇ ਫਿਰ ਭਾਈ ਰਾਮ ਕੋਇਰ ਜੀ ਨੇ ਉਹਨਾਂ ਨੂੰ ਬੜੇ ਹਿੱਤ ਨਾਲ, ਬੜੇ ਚਾਅ ਦੇ ਨਾਲ ਕਥਾ ਸੁਣਾਈ ਸਾਰੀ ਜੀ। ਉਹ ਕਥਾ ਆਪਾਂ ਵੀ ਸਾਰੇ ਸੁਣੀਏ। ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਕਹੋ ਵਾਹਿਗੁਰੂ। ਹੁਤੋ ਡੂਮ ਬਲਵੰਡ ਮਹਾਨਾ। ਹੁਣ ਬਾਬਾ ਰਾਮ ਕੋਇਰ ਜੀ ਕਥਾ ਕਰਦੇ ਆ, ਕਹਿੰਦੇ ਆ ਕਿ ਬਲਵੰਡ ਨਾਮ ਦਾ ਡੂਮ ਮਿਰਾਸੀ ਗਾਉਣ ਵਜਾਉਣ ਵਾਲਾ, ਇੱਥੇ ਭਾਵ ਮਾੜਾ ਨਾ ਲੈ ਲਿਓ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਭਾਈ ਮਰਦਾਨਾ ਜੀ, ਉਹ ਵੀ ਡੂਮ ਪਰਿਵਾਰ ਵਿੱਚੋਂ ਸਨ ਜੀ। ਜਾਤ ਦੀ ਤੇ ਗੱਲ ਹੀ ਨਹੀਂ ਹੈ, ਮਹਾਰਾਜ ਨੇ ਉਹਨਾਂ ਨੂੰ ਆਪਣਾ ਭਰਾ ਬਣਾਇਆ ਜੀ। ਸੱਤਾ ਤਿਸ ਕੋ ਅਨੁਜ ਸੁਨਜਾਨਾ। ਕਹਿਣ ਲੱਗੇ ਇੱਕ ਦਾ ਨਾਮ ਹੈ ਬਲਵੰਡ, ਇੱਕ ਦਾ ਨਾਮ ਹੈ ਸੱਤਾ। ਜਿਹੜਾ ਸੱਤਾ ਹੈ ਨਾ ਉਹ ਛੋਟਾ ਭਰਾ ਹੈ, ਬਲਵੰਡ ਵੱਡਾ ਭਰਾ ਹੈ ਜੀ। ਹਾਂਜੀ। ਦਾਰਿਦ ਤੇ ਦੋਹਨ ਦੁੱਖ ਪਾਇਓ। ਦੋਵੇਂ ਬੜੇ ਗਰੀਬ ਨੇ ਜੀ, ਗਾਉਣ ਵਜਾਉਣਾ ਜਾਣਦੇ ਆ, ਅੱਜ ਵੀ ਬੜੇ ਕੀਰਤਨੀਏ ਬੜਾ ਬੜਾ ਸੋਹਣਾ ਗਾਉਂਦੇ ਆ, ਪਰ ਗਰੀਬੀ ਦੀ ਹਾਲਤ ਵਿੱਚ ਨੇ ਜੀ। ਉਹ ਦੋਵੇਂ ਬੜੇ ਗਰੀਬ ਨੇ ਜੀ।
ਹਾਂਜੀ। ਕਰੇ ਯਤਨ ਧਨ ਹਾਥ ਨ ਆਇਓ। ਮਿਹਨਤ ਵੀ ਬੜੀ ਕਰਦੇ ਆ ਪਰ ਮਾਇਆ ਨਹੀਂ ਮਿਲਦੀ ਜੀ। ਲੋਕਾਂ ਨੂੰ ਗਾ ਗਾ ਕੇ ਸੁਣਾਉਂਦੇ ਆ, ਕੋਈ ਮਾਇਆ ਨਹੀਂ ਜਾਦੀ ਦਿੰਦਾ ਜੀ। ਸੰਗਤ ਜੀ, ਪਰਾਲਬਧ ਦੀ ਵੀ ਖੇਡ ਹੁੰਦੀ ਹੈ ਜੀ, ਕਰਮਾਂ ਦੀ ਵੀ ਖੇਡ ਹੈਗੀ ਹੈ ਜੀ। ਹਾਂਜੀ। ਤਬ ਬਲਵੰਡ ਦੇਸ਼ ਕਿਤ ਗਇਓ। ਬਲਵੰਡ ਜਿਹੜਾ ਹੈ ਵੱਡਾ ਭਰਾ, ਉਹ ਤੇ ਕਿਸੇ ਹੋਰ ਦੇਸ਼ ਵਿੱਚ ਗਿਆ ਜੀ। ਜਿਵੇਂ ਆਪਾਂ ਸੋਚਦੇ ਹਾਂ ਵੀ ਇੱਥੋਂ ਨਹੀਂ ਮਾਇਆ ਬਣਦੀ, ਹੋਰ ਕਿਸੇ ਦੇਸ਼ ਵਿੱਚ ਜਾ ਆਈਏ। ਗੱਜ ਕੇ ਆਖੋ ਵਾਹਿਗੁਰੂ। ਬਲਵੰਡ ਕਿਸੇ ਹੋਰ ਦੇਸ਼ ਵਿੱਚ ਚਲੇ ਗਿਆ ਜੀ। ਹਾਂਜੀ। ਫਿਰਿਓ ਬਹੁਤ ਕੁਛ ਦਰਬ ਨਾ ਪਾਇਓ। ਜਦੋਂ ਭਾਈ ਬਲਵੰਡ ਜੀ ਕਿਸੇ ਹੋਰ ਦੇਸ਼ ਵਿੱਚ ਜਾ ਕੇ ਤੁਰੇ ਫਿਰੇ, ਗਾ ਗਾ ਕੇ ਸੁਣਾਉਣ, ਕੋਈ ਬਹੁਤੇ ਪੈਸੇ ਨਾ ਮਿਲੇ ਜੀ ਉਹਨਾਂ ਨੂੰ ਜੀ। ਦੁਬਾਰਾ ਪੰਕਤੀ ਪੜਿਓ। ਫਿਰਿਓ ਬਹੁਤ ਕੁਛ ਦਰਬ ਨਾ ਪਇਓ। ਹਾਂ, ਕੁਝ ਮਾਇਆ ਖਾਸ ਨਹੀਂ ਮਿਲੀ ਜੀ ਉਹਨਾਂ ਨੂੰ ਜੀ। ਹਾਂਜੀ। ਸੱਤਾ ਸਤਿਗੁਰ ਪਾਸ ਰਹਿਓ ਹੈ। ਪਰ ਛੋਟੇ ਭਰਾ ਦੇ ਭਾਗ ਜਾਗੇ ਜੀ। ਭਾਈ ਸੱਤਾ ਜੀ ਦੇ, ਭਾਈ ਸੱਤਾ ਜੀ ਵਿਦੇਸ਼ ਵਿੱਚ ਨਹੀਂ ਗਏ, ਗੁਰੂ ਸਾਹਿਬ ਦੇ ਕੋਲ ਹੀ ਰਹਿ ਪਏ ਜੀ। ਉਹ ਕਹਿੰਦੇ ਮੈਂ ਇੱਥੇ ਰਵਾਂਗਾ। ਹਾਂਜੀ। ਕਰ ਹੈ ਕੀਰਤਨ ਆਨੰਦ ਲਹਿਓ ਹੈ। ਹੁਣ ਕੀ ਗੱਲ ਬਣਦੀ ਹੈ? ਛੋਟੇ ਭਰਾ ਨੂੰ ਤੇ ਖੂਬ ਮਾਇਆ ਮਿਲਦੀ ਹੈ ਜੀ। ਕਿਉਂ? ਉਹ ਬਾਣੀ ਦਾ ਕੀਰਤਨ ਕਰਦੇ ਆ, ਆਤਮਾ ਨੂੰ ਵੀ ਆਨੰਦ ਮਿਲਦਾ ਹੈ, ਮਾਇਆ ਵੀ ਮਿਲਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਸੁਖ ਸੋ ਕੀਨਸ ਨਿਜ ਗੁਜ਼ਰਾਨ। ਭਾਈ ਸੱਤਾ ਜੀ ਦਾ ਗੁਜ਼ਾਰਾ ਨਾ ਜਿਹੜਾ, ਉਹ ਬਹੁਤ ਵਧੀਆ ਹੋ ਰਿਹਾ ਹੈ ਜੀ। ਵੱਡਾ ਭਰਾ ਦੁਖੀ ਹੈ, ਛੋਟਾ ਭਰਾ ਸੁਖੀ ਹੈ। ਛੋਟਾ ਕਿਉਂ ਸੁਖੀ ਹੈ? ਉਹ ਬਾਣੀ ਦਾ ਕੀਰਤਨ ਕਰਨ ਲੱਗ ਪਿਆ ਜੀ। ਹਾਂਜੀ। ਪਾਏ ਦਰਬ ਕਰ ਪਹਿਰਨ ਖਾਨ। ਗੁਰੂ ਘਰ ਵਿੱਚੋਂ ਮਾਇਆ ਵੀ ਮਿਲਣੀ, ਪਦਾਰਥ ਵੀ ਮਿਲਣੇ, ਖਾਣ ਨੂੰ ਵੀ ਵਧੀਆ, ਪਾਉਣ ਨੂੰ ਵੀ ਵਧੀਆ ਮਿਲਿਆ ਕਰੇ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਬੰਦੇ ਨੂੰ ਕਮੀ ਨਹੀਂ ਰਹਿਣ ਦਿੰਦੀ ਜੀ। ਭਰੋਸਾ ਹੋਵੇ ਸਹੀ। ਹਾਂਜੀ। ਕਿਤਕ ਸਿੱਖ ਅਰਦਾਸ ਕਰਵਾਵੇ। ਕੁਝ ਸਿੱਖ ਜਿਹੜੇ ਆ ਉਹ ਅਰਦਾਸ ਕਰਾਉਂਦੇ ਆ। ਅਰਦਾਸ ਭੇਟਾ ਵੀ ਭਾਈ ਸੱਤਾ ਜੀ ਨੂੰ ਮਿਲਦੀ ਹੈ। ਸਤਿਗੁਰ ਘਰ ਤੇ ਸਭ ਕਿਛ ਪਾਵੇ। ਤੇ ਗੁਰੂ ਘਰੋਂ ਨਾ ਸੱਤਾ ਜੀ ਨੂੰ ਸਭ ਕੁਝ ਹੀ ਮਿਲਣ ਲੱਗ ਪਿਆ ਜੀ। ਛਕਣ ਨੂੰ ਵੀ, ਪਾਉਣ ਨੂੰ ਵੀ, ਵਰਤਣ ਨੂੰ ਮਾਇਆ ਮਿਲਣ ਲੱਗ ਪਈ। ਉਹਨਾਂ ਦਾ ਸੰਗਤ ਵਿੱਚ ਕੀਰਤਨ ਕਰ ਕਰਕੇ, ਗੁਰੂ ਜੀ ਦੇ ਦਰਸ਼ਨ ਕਰ ਕਰਕੇ ਜ਼ਿੰਦਗੀ ਜਿਹੜੀ ਸੀਗੀ ਉਹ ਵਧੀਆ ਬਤੀਤ ਹੋਣ ਲੱਗ ਪਈ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਫਿਰ ਬਲਵੰਡ ਵਿਦੇਸ਼ ਮਝਾਰੇ। ਨਿਰਧਨ ਹੀ ਆਇਓ ਗੁਰਦੁਆਰੇ। ਭਾਈ ਬਲਵੰਡ ਜੀ ਜਿਹੜੇ ਆ ਉਹ ਨਿਰਧਨ ਨੇ ਜੀ। ਉਹਨਾਂ ਨੂੰ ਮਾਇਆ ਨਹੀਂ ਬਣਦੀ ਜੀ। ਬਲਵੰਡ ਜੀ ਨੇ ਸੋਚਿਆ ਵੀ ਮੇਰਾ ਛੋਟਾ ਭਰਾ ਮੇਰੇ ਤੋਂ ਸੁਖੀ ਹੈ, ਕਿਉਂਕਿ ਉਹ ਗੁਰੂ ਘਰ ਵਿੱਚ ਜਾ ਕੇ ਕੀਰਤਨ ਕਰਦਾ ਹੈ, ਤੇ ਮੈਂ ਵੀ ਗੁਰੂ ਘਰ ਵਿੱਚ ਜਾ ਕੇ ਕੀਰਤਨ ਕਰਿਆ ਕਰਾਂ। ਪਹਿਲਾਂ ਇੱਕ ਵਾਰੀ ਠੁਕਰਾ ਗਏ ਸਨ, ਹੁਣ ਵਾਪਸ ਆਏ, ਦੁਬਾਰਾ ਆਏ ਜੀ ਬਾਬਾ ਬਲਵੰਡ ਜੀ। ਹਾਂਜੀ। ਦੁਖੀ ਹੋਏ ਕਰ ਬਹੁ ਅਕੁਲਾਇਓ। ਬਹੁਤ ਦੁਖੀ ਹੋਏ ਜੀ। ਮਾਇਆ ਵੱਡਿਆਂ ਵੱਡਿਆਂ ਦੇ ਹੱਥ ਖੜੇ ਕਰਾ ਦਿੰਦੀ ਸਾਧ ਸੰਗਤ ਜੀ। ਗੱਜ ਕੇ ਆਖੋ। ਇਹ ਤੇ ਕੋਈ ਵਿਰਲਾ ਹੀ ਹੈ ਨਾ ਜਿਹਦੀ ਆਤਮਿਕ ਅਵਸਥਾ ਉੱਚੀ ਹੋਵੇ, ਮਾਇਆ ਆ ਰਹੀ ਹੈ ਨਹੀਂ ਆ ਰਹੀ ਉਹਦੇ ਉੱਤੇ ਫਰਕ ਨਹੀਂ ਪੈਂਦਾ ਜੀ। ਆਮ ਬੰਦੇ ਉੱਤੇ ਫਰਕ ਪੈ ਜਾਂਦਾ ਜੀ। ਬਲਵੰਡ ਜੀ ਬਹੁਤ ਦੁਖੀ ਹੋਏ ਜੀ। ਹਾਂਜੀ। ਸ਼੍ਰੀ ਅਰਜਨ ਜਸ ਕਵਿਤ ਬਨਾਇਓ। ਵਿਆਕੁਲ ਹੋ ਕੇ ਨਾ ਮੁੜ ਕੇ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਖਲੋ ਗਏ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਦਾ ਜਸ ਕਰਨ ਲੱਗੇ। ਇੱਕ ਕਵਿਤਾ ਬਣਾਈ ਜੀ ਉਹਨਾਂ ਨੇ ਜੀ। ਹਾਂਜੀ। ਕਬਿਤ
ਆਇਓ ਨਿਜ ਦੁਆਰੇ ਦਇਆ ਕਲ ਪੱਤਰ ਧਾਰੇ। ਥਾਰੇ ਆਇਓ ਨਿਜ ਦੁਆਰੇ ਦਇਆ ਕਲ ਪੱਤਰ ਥਾਰੇ। ਹੇ ਸੱਚੇ ਭਾਰੇ। ਪਾਤਸ਼ਾਹ ਗਰੀਬ ਨਵਾਜ, ਆਇਓ ਨਿਜ ਦੁਆਰੇ ਦਇਆ ਕਲਪੱਤਰ ਥਾਰੇ। ਸਾਧ ਸੰਗਤ ਜੀ, ਜਿਵੇਂ ਕਲਪ ਰੁੱਖ ਦੇ ਹੇਠਾਂ ਬੈਠ ਕੇ ਜੋ ਮੰਗੀਏ ਉਹ ਮਿਲ ਜਾਂਦਾ ਹੈ। ਬਲਵੰਡ ਜੀ ਕਹਿੰਦੇ ਮਹਾਰਾਜ ਮੈਂ ਤੁਹਾਡੇ ਘਰ ਵਿੱਚ ਆਇਆ, ਤੁਹਾਡਾ ਘਰ ਕਲਪ ਰੁੱਖ ਹੀ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਜੋ ਬੰਦਾ ਮੰਗੇ ਉਹਨੂੰ ਮਿਲ ਜਾਂਦਾ ਹੈ। ਗੱਲ ਤੇ ਸੱਚੀ ਹੈ ਜੀ। ਹਾਂਜੀ, ਭਾਰੇ ਬਿਰਦ ਬਿਲੰਦ ਦੀਨ ਦਰਦ ਬਿਦਾਰੋ ਹੋ। ਸੱਚੇ ਪਾਤਸ਼ਾਹ ਤੁਹਾਡਾ ਬਿਰਦ ਕੀ ਹੈ? ਮਹਾਰਾਜ ਤੁਸੀਂ ਗਰੀਬਾਂ ਦੀ ਰਾਖੀ ਕਰਦੇ ਹੋ। ਮਹਾਰਾਜ ਤੁਹਾਡਾ ਬਿਰਦ ਹੈ, ਤੁਸੀਂ ਸਹਾਇਤਾ ਕਰਦੇ ਹੋ ਸਾਰਿਆਂ ਦੀ। ਹਾਂਜੀ, ਦ੍ਰੋਪਦੀ ਉਧਾਰੀ ਗਜ ਗ੍ਰਹਿ ਤੇ ਛੁਟਾਰੀ। ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪਰਮੇਸ਼ਰ ਰੂਪੋਂ ਮਹਾਰਾਜ ਦ੍ਰੋਪਦੀ ਦੀ ਲਾਜ ਵੀ ਤੁਸੀਂ ਰੱਖੀ ਸੀਗੀ। ਕੱਜ ਕੇ ਆਖੋ ਵਾਹਿਗੁਰੂ। ਸ਼ੀਨਤ ਬਸਤਰ ਦੀਨ ਬਹੁ ਸਾਜ। ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਤੇ ਮਹਾਰਾਜ ਗੱਜ ਗ੍ਰਾਹ ਤੇ ਛੁਟਾਰੀ, ਗੱਜ ਗ੍ਰਾਹ ਤੇ ਛੂਟਾ ਕਥਾ ਹੋਈ ਸੀ ਪਿੱਛੇ ਜੇ ਉਹਦੀ। ਮਹਾਰਾਜ ਹਾਥੀ ਨੂੰ ਤੰਦੂਏ ਤੋਂ ਤੁਸਾਂ ਬਚਾਇਆ ਸੀ। ਭੀਰ ਰਾਖਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ। ਦੇਵਤਿਆਂ ਨੂੰ ਨਿਹਾਲ ਕੀਤਾ, ਰਾਖਸ਼ਾਂ ਨੂੰ ਮਾਰ ਕੇ ਮਹਾਰਾਜ। ਹਾਂਜੀ, ਪ੍ਰਹਿਲਾਦ ਮੋਚਨ ਬਿਲੋਚਨ ਸੁਪੁੰਡਰੀ। ਇਹ ਕਵਲ ਨੈਣ ਗੁਰੂ ਅਰਜਨ ਦੇਵ ਮਹਾਰਾਜ, ਪ੍ਰਹਿਲਾਦ ਜੀ ਨੂੰ ਬਚਾਉਣ ਵਾਲੇ ਤੁਸੀਂ ਹੋ। ਹਾਂਜੀ, ਪੋਚ ਵਾਲਮੀਕ ਜਸ ਸੋਚ ਕੀਏ ਚਾਰੋ ਹੋ। ਵਾਲਮੀਕ ਜੀ ਦਾ ਜਸ ਕਿਵੇਂ ਤੁਸੀਂ ਲੋਕਾਂ ਵਿੱਚ ਫੈਲਾਇਆ ਮਹਾਰਾਜ, ਉਹਨਾਂ ਦੀ ਇੱਜ਼ਤ ਬਣਾਈ ਹੈ। ਹਾਂਜੀ, ਗਨਕਾਗਿਰੀ ਹੈ ਕੌਣ ਤੀਰਥ ਪਰਸ ਆਈ। ਹਾਂਜੀ, ਜੈਸੇ ਇਹ ਉਧਾਰੋ ਤੈਸੇ ਮੋਹੇ ਕੋ ਉਧਾਰੋ। ਮਹਾਰਾਜ ਤੁਸਾਂ ਗਣਕਾ ਦਾ ਉਧਾਰ ਕੀਤਾ, ਜਿਵੇਂ ਗਣਕਾ ਦਾ, ਦ੍ਰੋਪਦੀ ਦਾ, ਪ੍ਰਹਿਲਾਦ ਜੀ ਦਾ, ਦੇਵਤਿਆਂ ਦਾ, ਗੱਜ ਦਾ ਭਲਾ ਕੀਤਾ, ਮੇਰਾ ਵੀ ਕਰੋ। ਬਲਵੰਡ ਜੀ ਨੇ ਬਹੁਤ ਨੀਵੇਂ ਹੋ ਕੇ ਮਹਾਰਾਜ ਨੂੰ ਬੇਨਤੀ ਕੀਤੀ ਜੀ। ਹਾਂਜੀ, ਚੌਪਈ ਕਿਰਪਾ ਸਿੰਧ ਕੇ ਨਿਕਟ ਉਚਾਰਾ। ਹੁਣ ਮਹਾਰਾਜ ਗੁਰੂ ਅਰਜਨ ਸਾਹਿਬ ਕੀ ਨੇ? ਕਿਰਪਾ ਦੇ ਸਮੁੰਦਰ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਜਿੰਨੀ ਕਿਰਪਾ ਗੁਰੂ ਅਰਜਨ ਸਾਹਿਬ ਵਿੱਚ ਹੈ, ਕਿਸੇ ਹੋਰ ਵਿੱਚ ਥੋੜੀ ਲੱਭਦੀ ਹੈ। ਕਿਰਪਾ ਦੇ ਸਾਗਰ ਮਹਾਰਾਜ ਲਾਗੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਨਾ ਜੀ। ਹਾਂਜੀ, ਅਬ ਅਲੰਬ ਮੈਂ ਲੀਨ ਤੁਮਾਰਾ। ਬਸ ਬਾਬਾ ਬਲਵੰਡ ਜੀ ਜਦੋਂ ਮਾਇਆ ਹੀ ਨਹੀਂ ਮਿਲੀ ਜੀ, ਗਰੀਬੀ ਹਾਸਲ ਹੋਈ ਹਰ ਥਾਂ ਜਾ ਕੇ, ਕਹਿਣ ਲੱਗੇ ਮਹਾਰਾਜ ਹੁਣ ਮੈਨੂੰ ਤੁਹਾਡਾ ਹੀ ਆਸਰਾ ਹੈ। ਹਾਂਜੀ, ਸੁਨ ਸ਼੍ਰੀ ਗੁਰ ਨੇ ਧੀਰਜ ਦੀਨਸ। ਤੇ ਮਹਾਰਾਜ ਬੜੇ ਵੱਡੇ ਧੀਰਜ ਧਾਰੀ ਸੱਚੇ ਪਾਤਸ਼ਾਹ ਬਲਵੰਡ ਜੀ ਨੂੰ ਮਹਾਰਾਜ ਧੀਰਜ ਦੇਣ ਲੱਗੇ ਜੀ। ਤੇ ਇਸ ਤਰ੍ਹਾਂ ਆਖਿਆ, ਪੂਰਨ ਹੋਏ ਜੋ ਮਨੋਰਥ ਕੀਨਸ। ਮਹਾਰਾਜ ਕਹਿਣ ਲੱਗੇ ਬਲਵੰਡ ਤੁਸੀਂ ਜਿਹੜੀ ਇੱਛਾ ਰੱਖ ਕੇ ਆਏ ਹੋ ਨਾ, ਮਹਾਰਾਜ ਕਹਿੰਦੇ ਤੁਹਾਡੀ ਇੱਛਾ ਪੂਰੀ ਕੀਤੀ। ਕਹਿਣ ਲੱਗੇ ਭਾਵ ਬਾਬਾ ਬਲਵੰਡ ਜੀ ਚਾਹੁੰਦੇ ਸਨ ਮੈਂ ਵੀ ਆਪਣੇ ਛੋਟੇ ਭਰਾ ਦੀ ਤਰ੍ਹਾਂ ਗੁਰੂ ਦਰਬਾਰ ਵਿੱਚ ਕੀਰਤਨ ਕਰਿਆ ਕਰਾਂ, ਮੈਨੂੰ ਵੀ ਮਾਇਆ ਮਿਲਿਆ ਕਰੇਗੀ। ਹਾਂਜੀ, ਰਹੋ ਹਮ ਨਿਕਟ ਕੀਰਤਨ ਕਰੋ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਸਾਡੇ ਪਾਸ ਰਹੋ ਤੇ ਕੀਰਤਨ ਕਰਿਆ ਕਰੋ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਪਾਸ ਰੱਖ ਲਿਆ, ਕੋਈ ਕਮੀ ਰਹਿ ਗਈ ਜੀ ਪਿੱਛੇ ਜੀ। ਹਾਂਜੀ, ਅਨੁਜ ਸਹਿਤ ਰਾਗਨ ਸੁਰ ਭਰੋ। ਮਹਾਰਾਜ ਕਹਿਣ ਲੱਗੇ ਆਪਣੇ ਛੋਟੇ ਭਰਾ ਦੇ ਨਾਲ ਰਾਗਾਂ ਵਿੱਚ ਕੀਰਤਨ ਕਰਨਾ ਹੈ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਕੋਈ ਰੀਤ ਪੜ੍ਹਦਾ ਹੈ, ਕੋਈ ਸਿੱਧਾ ਹੀ ਕੀਰਤਨ ਕਰਦਾ ਹੈ, ਚੰਗੀ ਗੱਲ ਹੈ, ਕਰਨਾ ਚਾਹੀਦਾ ਹੈ। ਪਰ ਚੇਤਾ ਰੱਖਿਓ ਗੁਰੂ ਸਾਹਿਬ ਜਿਹੜਾ ਰਾਗਾਂ 'ਚ ਕੀਰਤਨ ਕਰਦਾ ਸੀ ਉਹਦੇ ਤੇ ਬਹੁਤ ਖੁਸ਼ ਹੁੰਦੇ ਸਨ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਰਾਗ ਕੀ ਹੈ? ਮੰਨ ਲਓ ਗੌੜੀ ਰਾਗ ਵਿੱਚ ਕੋਈ ਸ਼ਬਦ ਉਚਾਰਿਆ, ਥਿਰ ਘਰ ਬੈਸੋ ਹਰ ਜਨ ਪਿਆਰੇ, ਗੌੜੀ ਮਹੱਲਾ ਪੰਜਵਾਂ ਹੈ ਨਾ, ਇਹਨੂੰ ਉਸੇ ਰਾਗ ਵਿੱਚ ਗਾਉਣਾ ਜੀ।
ਪਤਾ ਕਿਉਂ ਜੀ? ਇਹਦਾ ਇੱਕ ਕਾਰਨ ਹੈ, ਧਿਆਨ ਨਾਲ ਸੁਣਿਓ। ਜੇ ਕੋਈ ਕੀਰਤਨੀਆ ਕਥਾ ਸੁਣ ਰਿਹਾ ਹੋਵੇ ਉਹਦੇ ਲਈ ਬੜੀ ਫਾਇਦੇ ਵਾਲੀ ਗੱਲ ਹੋਏਗੀ ਜੀ। ਆਪਣੀ ਬਣਾਈ ਹੋਈ ਰੀਤ ਵਿੱਚ ਬੰਦੇ ਦੀ ਆਪਣੀ ਮੱਤ ਜਿਹੜੀ ਉਹ ਵਿੱਚ ਰਲਦੀ ਹੈ ਜੀ। ਮੰਨ ਲਓ ਕਿਸੇ ਨੇ ਟਿਊਨ ਬਣਾਈ ਜੀ, ਉਹ ਟਿਊਨ ਉਹਦੀ ਮੱਤ ਦੀ ਹੈ ਨਾ, ਪਰ ਰਾਗ ਸਿੱਖਣਾ ਪੈਂਦਾ ਹੈ। ਰਾਗ ਵਿੱਚ ਉਹਦੀ ਮੱਤ ਨਹੀਂ ਹੈ, ਰਾਗ ਜਿਉਂ ਦਾ ਤਿਉਂ ਹੈ। ਜਿਵੇਂ ਰਾਗ ਹੈ ਉਹਦੇ ਵਿੱਚ ਬਾਣੀ ਗਾ ਦੇਣੀ ਹੈ, ਬਾਣੀ ਪੜ੍ਹ ਦੇਣੀ ਹੈ। ਆਪਣੀ ਮੱਤ ਨਹੀਂ ਬੰਦੇ ਦੀ ਰਲਦੀ ਜੀ। ਮਹਾਰਾਜ ਬਲਵੰਡ ਜੀ ਨੂੰ ਕਹਿਣ ਲੱਗੇ, ਬਲਵੰਡ ਜੀ ਛੋਟੇ ਭਰਾ ਦੇ ਨਾਲ ਤੁਸੀਂ ਵੀ ਰਾਗਾਂ ਵਿੱਚ ਕੀਰਤਨ ਕਰਿਆ ਕਰਿਓ, ਰਾਗਾਂ ਵਿੱਚ। ਚੱਲ ਹੈ ਇਹਾਂ ਗੁਜ਼ਰਾਨ ਤੁਮਾਰੀ, ਇੱਥੇ ਤੁਹਾਡਾ ਗੁਜ਼ਾਰਾ ਚੱਲਿਆ ਕਰੇਗਾ। ਮਹਾਰਾਜ ਕਹਿਣ ਲੱਗੇ ਵਧੀਆ ਗੁਜ਼ਾਰਾ ਚੱਲ ਜਾਏਗਾ। ਹਾਂਜੀ, ਲਾਹੋ ਪਦਾਰਥ ਹੋਏ ਅਨੁਸਾਰੀ। ਗੱਜ ਕੇ ਆਖੋ ਵਾਹਿਗੁਰੂ। ਜੋ ਚਾਹੀਦਾ ਹੈ ਗੁਰੂ ਘਰ ਵਿੱਚੋਂ ਲਿਆ ਕਰੋ। ਕਹਿਣ ਲੱਗੇ ਤੁਹਾਨੂੰ ਕੋਈ ਕਮੀ ਨਹੀਂ ਹੋਏਗੀ, ਮਹਾਰਾਜ ਨੇ ਬਚਨ ਕੀਤਾ। ਹਾਂਜੀ, ਇਮ ਕਹੈ ਗੁਰ ਧਨ ਦੀਨ ਬਿਸਾਲਾ। ਗੱਜ ਕੇ ਆਖੋ। ਭਾਈ ਬਲਵੰਡ ਜੀ ਮਹਾਰਾਜ ਦੇ ਕੋਲ ਪਹਿਲੇ ਦਿਨ ਆਏ। ਮਹਾਰਾਜ ਨੇ ਪਹਿਲੇ ਦਿਨ ਹੀ ਮਾਇਆ ਦੇ ਦਿੱਤੀ ਜੀ। ਮਾਇਆ ਤੇ ਚੀਜ਼ ਹੀ ਨਹੀਂ ਹੈਗੀ ਗੁਰੂ ਘਰ ਵਿੱਚ ਕੁਛ ਦੀ, ਇਹ ਤਾਂ ਦਾਸੀ ਹੈ। ਹਾਂਜੀ, ਲੈ ਆਇਸ ਘਰ ਗਾ ਤਿਸ ਕਾਲਾ। ਤੇ ਭਾਈ ਬਲਵੰਡ ਜੀ ਆਗਿਆ ਲੈ ਕੇ ਆਪਣੇ ਘਰ ਚਲੇ ਗਏ ਜੀ। ਹਾਂਜੀ, ਪੁਨਹ ਸਮੀਪ ਗੁਰੂ ਕੇ ਆਵਾ। ਮੁੜ ਫਿਰ ਘਰੋਂ ਸਭ ਨੂੰ ਦੱਸ ਕੇ ਪੁੱਛ ਕੇ ਚੰਗੀ ਤਰ੍ਹਾਂ ਤੇ ਅੰਮ੍ਰਿਤਸਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਏ ਜੀ। ਹਾਂਜੀ, ਮਿਲਿਓ ਅਨੁਜ ਯੁਤ ਕੀਰਤਨ ਗਾਵਾ। ਤੇ ਆਪਣੇ ਛੋਟੇ ਭਰਾ ਦੇ ਨਾਲ ਨਾ ਭਾਈ ਬਲਵੰਡ ਜੀ ਕੀਰਤਨ ਕਰਨ ਲੱਗ ਪਏ ਜੀ। ਛੋਟੇ ਭਰਾ ਦਾ ਕੀ ਨਾਮ ਹੈ? ਸੱਤਾ ਜੀ। ਸੁਨ ਸਤਿਗੁਰੂ ਪ੍ਰਸੰਨ ਉਦਾਰਾ। ਹੁਣ ਜਦੋਂ ਸੱਤਾ ਜੀ ਨੇ ਤੇ ਬਲਵੰਡ ਜੀ ਨੇ ਕੀਰਤਨ ਕਰਨਾ ਨਾ, ਉਂਝ ਸਿੱਖ ਸੰਗਤਾਂ ਵਿੱਚ ਨਾਮ ਜਿਹੜਾ ਹੈ ਨਾ ਉਹ ਸੱਤਾ ਬਲਵੰਡਾ ਹੀ ਪ੍ਰਚਲਿਤ ਹੈ ਜੀ। ਪਰ ਸੱਤਾ ਬਲਵੰਡਾ ਨਹੀਂ ਕਹਿਣਾ ਚਾਹੀਦਾ, ਇਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਨੇ। ਫਿਰ ਕੀ ਜੇ ਇਹਨਾਂ ਕੋ ਭੁੱਲ ਹੋ ਗਈ ਤੇ, ਪਰ ਬਾਅਦ ਵਿੱਚ ਤੇ ਮਹਾਰਾਜ ਨੇ ਬਖਸ਼ ਲਿਆ ਨਾ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਜਦੋਂ ਕੀਰਤਨ ਕਰਨਾ, ਬੜਾ ਵਧੀਆ ਆਨੰਦ ਬਣਨਾ ਜੀ। ਤੇ ਕਹਿੰਦੇ ਸੁਣ ਸਤਿਗੁਰੂ ਪ੍ਰਸੰਨ ਉਦਾਰਾ। ਗੁਰੂ ਸਾਹਿਬ ਵੀ ਸੱਤਾ ਤੇ ਬਲਵੰਡ ਜੀ ਦਾ ਕੀਰਤਨ ਸੁਣ ਕੇ ਬਹੁਤ ਖੁਸ਼ ਹੁੰਦੇ ਸੀਗੇ ਜੀ। ਹਾਂਜੀ, ਨਾਮ ਰਾਏ ਬਲਵੰਡ ਉਚਾਰਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਲਵੰਡ ਜੀ ਦੀ ਆਵਾਜ਼ ਬੜੀ ਬੁਲੰਦ ਸੀਗੀ ਜੀ, ਬਹੁਤ ਸੋਹਣੀ ਆਵਾਜ਼ ਸੀਗੀ। ਬੜੇ ਸੁਰਾਂ ਦੇ ਵਿੱਚ ਜਦੋਂ ਕੀਰਤਨ ਕਰਨਾ ਨਾ, ਮਹਾਰਾਜ ਜੀ ਨੇ ਬਲਵੰਡ ਜੀ ਨੂੰ ਰਾਏ ਦਾ ਖਿਤਾਬ ਦਿੱਤਾ ਜੀ। ਮਹਾਰਾਜ ਕਹਿਣ ਲੱਗੇ ਬਲਵੰਡ ਤੁਹਾਡਾ ਨਾਮ ਕੱਲਾ ਬਲਵੰਡ ਨਹੀਂ, ਤੁਹਾਡਾ ਨਾਮ ਹੈ ਰਾਏ ਬਲਵੰਡ। ਰਾਏ ਦਾ ਅਰਥ ਹੁੰਦਾ ਰਾਜਾ। ਮਹਾਰਾਜ ਕਹਿੰਦੇ ਤੁਸੀਂ ਤੇ ਰਾਜੇ ਹੋ ਕੀਰਤਨੀਆਂ ਦੇ। ਕਹਿਣ ਲੱਗੇ ਰਾਏ ਬਲਵੰਡ ਨਾਮ ਮਹਾਰਾਜ ਨੇ ਦਿੱਤਾ ਜੀ। ਗੁਰਬਾਣੀ ਚ ਵੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਬਲਵੰਡ ਜੀ ਨੂੰ ਰਾਏ ਦਾ ਖਿਤਾਬ ਦਿੱਤਾ ਮਹਾਰਾਜ ਨੇ। ਹਾਂਜੀ, ਹਰਖਤ ਹੋਏ ਹੋਏ ਰੁਚ ਸੋ ਗਾਵੇਂ। ਜਦੋਂ ਰਾਏ ਦਾ ਖਿਤਾਬ ਦਿੱਤਾ, ਭਾਈ ਬਲਵੰਡ ਜੀ ਬਹੁਤ ਖੁਸ਼ੀ ਦੇ ਨਾਲ, ਰੁਚੀ ਦੇ ਨਾਲ ਕੀਰਤਨ ਕਰਿਆ ਕਰਨ ਜੀ। ਹਾਂਜੀ, ਦੋਨੋਂ ਭਰਾਤ ਸੁਰਸ ਅਦਕਾਵੇ। ਦੋਵੇਂ ਭਰਾਵਾਂ ਦੇ ਕੀਰਤਨ ਚ ਰਸ ਵੀ ਬਹੁਤ ਹੈ ਤੇ ਦੋਵੇਂ ਭਰਾ ਰਾਗ ਵਿੱਚ ਕੀਰਤਨ ਕਰਦੇ ਆ ਜੀ। ਸੰਗਤਾਂ ਉਡੀਕਦੀਆਂ ਨੇ ਸੱਤਾ ਤੇ ਬਲਵੰਡ ਜੀ ਨੇ ਕਦੋਂ ਲੱਗਣਾ ਹੈ। ਹਾਂਜੀ, ਰਾਗ ਰਾਗਨੀ ਕਰ ਅਨੁਰਾਗੇ। ਰਾਗ ਤੇ ਰਾਗਣੀਆਂ ਨੂੰ ਬਹੁਤ ਪਿਆਰ ਨਾਲ ਗਾਉਣਾ ਜੀ। ਕਈ ਰਾਗ ਨੇ, ਕਈ ਰਾਗਣੀਆਂ ਨੇ ਜੀ। ਹਾਂਜੀ, ਗਾਵੇ ਹੈ ਸੁੰਦਰ ਸਭ ਸ਼ੁਭ ਲਾਗੇ। ਤੇ ਸਾਧ ਸੰਗਤ ਦੀ ਗਾਵੇ ਹੈ ਸੁੰਦਰ ਸਭ ਸ਼ੁਭ ਲਾਗੇ। ਜਦੋਂ ਗਾਉਂਦੇ ਆ ਨਾ,
ਸਾਰਿਆਂ ਨੂੰ ਰਾਏ ਬਲਵੰਡ ਤਥਾ ਸੱਤਾ ਡੂਮ ਜੀ ਬਹੁਤ ਚੰਗੇ ਲੱਗਦੇ ਆ। ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਹੈ ਹੀ ਪਾਰਸ ਕਲਾ। ਕੀਰਤਨੀਆਂ ਵਧੀਆ ਕੀਰਤਨ ਕਰੇ, ਸੁਣਨ ਵਾਲਿਆਂ ਦਾ ਭਲਾ ਹੁੰਦਾ ਜੀ। ਹਾਂਜੀ, ਸਿੱਖ ਸਰਾਹਨ ਕਰਹਿ ਸੁਨੰਤੇ। ਜਦੋਂ ਗੁਰਸਿੱਖਾਂ ਨੇ ਰਾਏ ਬਲਵੰਡ ਜੀ ਤੇ ਸੱਤਾ ਜੀ ਦੇ ਕੋਲੋਂ ਕੀਰਤਨ ਸੁਣਨਾ ਨਾ, ਬੜੀ ਤਾਰੀਫ ਕਰਿਆ ਕਰਨੀ ਜੀ, ਵੀ ਬਹੁਤ ਸੋਹਣਾ ਕੀਰਤਨ ਕਰਦੇ ਆ। ਤਿਉ ਤਿਉ ਸੋ ਅਹੰਕਾਰ ਕਰਨ ਤੇ। ਪਰ ਇੱਥੇ ਫਰਕ ਪੈ ਗਿਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਕਥਾ ਕੀਤੀ ਹੈ, ਬੰਦਾ ਕਹੇ ਮੈਂ ਕੀਤੀ ਹੈ, ਫਰਕ ਪੈ ਜਾਏਗਾ। ਗੁਰੂ ਸਾਹਿਬ ਨੇ ਕਰਾਈ ਹੈ। ਕੀਰਤਨ ਮੈਂ ਕੀਤਾ, ਫਰਕ ਪੈ ਜਾਏਗਾ। ਗੁਰੂ ਸਾਹਿਬ ਨੇ ਕਰਾਇਆ ਹੈ। ਸੰਗਤ ਜੀ, ਆਪਣੀ ਹਿੰਮਤ ਦੇ ਨਾਲ ਬੰਦਾ ਫਤਿਹ ਵੀ ਨਹੀਂ ਬੁਲਾ ਸਕਦਾ, ਕਥਾ ਕੀਰਤਨ ਕਿੱਥੋਂ ਕਰ ਲਏਗਾ ਜੀ। ਰਾਏ ਬਲਵੰਡ ਜੀ ਤੇ ਸੱਤਾ ਡੂਮ ਜੀ ਮਹਾਰਾਜ ਜੀ ਦੀ ਮਿਹਰ ਦਾ ਚੇਤਾ ਭੁਲਾ ਬੈਠੇ। ਸਾਧ ਸੰਗਤ ਜੀ, ਸੰਗਤਾਂ ਨੇ ਤਾਰੀਫ ਕਰਨੀ, ਉਹਨਾਂ ਨੇ ਮਾਣ ਵਧਾ ਲਿਆ ਆਪਣਾ ਜੀ, ਹੰਕਾਰ ਵੱਧ ਗਿਆ ਜੀ। ਪਰ ਇੱਥੇ ਮਤ ਸੋਚੇ ਬੰਦਾ, ਕੱਲਾ ਰਾਏ ਬਲਵੰਡ ਤੇ ਸੱਤਾ ਜੀ ਦੀ ਗੱਲ ਹੈ, ਇੱਥੇ ਕਿਸੇ ਦਾ ਮਾਣ ਵੀ ਵੱਧ ਸਕਦਾ ਹੈ ਜੀ। ਇਹ ਨਾ ਸੋਚੋ ਪੁਰਾਣੀ ਗੱਲ ਹੈ, ਨਹੀਂ, ਅੱਜ ਦੀ ਗੱਲ ਹੈ। ਹੁਣ ਵੀ ਇਹ ਗੱਲ ਵਰਤਦੀ ਹੈ। ਕੱਲਾ ਗਾਉਣ ਵਜਾਉਣਿਆਂ ਵਾਲਿਆਂ ਤੱਕ ਨਾ ਗੱਲ ਰੱਖਿਓ, ਸੁਣਨ ਵਾਲਿਆਂ ਨੂੰ ਵੀ ਮਾਣ ਹੋ ਜਾਂਦਾ ਜੀ। ਮੈਂ ਬਹੁਤ ਵਧੀਆ ਸਰੋਤਾ ਹਾਂ। ਇਹ ਸਾਰੇ ਮਾਣ ਤੋਂ ਬਚਣ ਲਈ ਮਹਾਰਾਜ ਦੇ ਅੱਗੇ ਕੀ ਕਰਨੀ ਹੈ? ਅਰਦਾਸ। ਇਹ ਤਿਉਂ ਮਾਣ ਵਧਾਉਣ ਲੱਗ ਪਏ। ਹਾਂਜੀ, ਇਸ ਵਿਧ ਕੇਤਿਕ ਕਾਲ ਬਿਤਾਇਓ। ਇਸ ਤਰੀਕੇ ਨਾਲ ਕਈ ਸਮਾਂ ਲੰਘ ਗਿਆ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਰਾਏ ਬਲਵੰਡ ਤੇ ਸੱਤਾ ਜੀ ਦਾ ਮਾਣ ਵਧਣ ਲੱਗ ਪਿਆ। ਹਾਂਜੀ, ਦਿਨ ਪ੍ਰਤ ਉਰ ਹੰਕਾਰ ਵਧਾਇਓ। ਵੀ ਦਿਨੋਂ ਦਿਨ ਮਾਣ ਵੱਧਦਾ ਗਿਆ ਵੀ ਅਸੀਂ ਬਹੁਤ ਸੋਹਣਾ ਕੀਰਤਨ ਕਰਦੇ ਆ। ਸਾਧ ਸੰਗਤ ਜੀ, ਇੱਕ ਵਾਰੀ ਤੇ ਐਸਾ ਸਮਾਂ ਬਣਿਆ, ਬਾਬਾ ਬੁੱਢਾ ਸਾਹਿਬ ਬੈਠੇ, ਬਾਬਾ ਜੀ ਨੇ ਕਿਹਾ ਮੈਨੂੰ ਕੀਰਤਨ ਹੀ ਸੁਣਾ ਦਿਓ। ਤੇ ਰਾਏ ਬਲਵੰਡ ਜੀ ਤੇ ਸੱਤਾ ਜੀ ਕਹਿਣ ਲੱਗੇ ਇਹ ਸਮਾਂ ਕੀਰਤਨ ਦਾ ਨਹੀਂ ਹੈ, ਅਸੀਂ ਮਹਾਰਾਜ ਦੀ ਹਾਜ਼ਰੀ ਵਿੱਚ ਹੀ ਕਰਦੇ ਹਾਂ, ਉਦੋਂ ਹੀ ਆਇਓ। ਤੇ ਜਦੋਂ ਮਹਾਰਾਜ ਜੀ ਦੀ ਹਾਜ਼ਰੀ 'ਚ ਆਏ ਨਾ, ਮਹਾਰਾਜ ਕਹਿਣ ਲੱਗੇ ਜਦੋਂ ਸੁਣਨਾ ਸੀ ਉਦੋਂ ਤੇ ਸੁਣਾਇਆ ਨਹੀਂ, ਹੁਣ ਕੀ ਲਾਭ ਹੈਗਾ ਕਹਿਣ ਲੱਗੇ। ਉਦੋਂ ਅਸੀਂ ਕਹਿ ਰਹੇ ਸੰਗ, ਬਾਬਾ ਬੁੱਢਾ ਜੀ ਵਿੱਚ ਕਹਿਣ ਲੱਗੇ। ਦਿਨੋਂ ਦਿਨ ਮਾਣ ਵਧਿਆ ਜੀ। ਹਾਂਜੀ, ਕਿਰਪਾ ਸਿੰਧ ਨੇ ਤਿੰਨ ਗਤ ਜਾਨੀ। ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਮੁੰਦਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਗੱਲ ਜਾਣ ਲਈ। ਹੋਸ਼ੇ ਡੂਮ ਜਾਤ ਭਏ ਮਾਨੀ। ਕਿ ਇਹਨਾਂ ਨੂੰ ਜਾਤ ਵਾਹਿਗੁਰੂ, ਇਹਨਾਂ ਨੂੰ ਮਾਣ ਹੋ ਗਿਆ, ਅਭਿਮਾਨੀ ਹੋ ਗਏ ਨੇ। ਹਾਂਜੀ, ਆਦ ਅੰਤ ਕੀ ਦਸ਼ਾ ਵਿਸਾਰੀ। ਪਹਿਲਾ ਸਮਾਂ ਨਹੀਂ ਸੀ ਵੇਖਦੇ ਆਪਣਾ, ਅੰਤਮ ਸਮਾਂ ਵੀ ਨਹੀਂ ਵਿਚਾਰਦੇ, ਹੁਣ ਹੀ ਵੇਖ ਕੇ ਮਾਣ ਕਰੀ ਜਾਂਦੇ। ਬੰਦਾ ਕਰਦਾ ਹੀ ਇੰਝ ਹੈ ਜੀ। ਹਾਂਜੀ, ਹਮ ਵਿਦਿਆ ਬੜ ਭੇ ਹੰਕਾਰੀ। ਵੀ ਸਾਡੇ ਕੋਲ ਬੜੀ ਰਾਗ ਵਿਦਿਆ, ਇਹ ਗੱਲ ਸੋਚ ਕੇ ਬੜਾ ਹੰਕਾਰ ਕਰਦੇ ਆ ਵੀ ਸਾਡੇ ਕੋਲ ਬੜੀ ਵਿਦਿਆ। ਹਾਂਜੀ, ਗੁਰੂ ਗਰੀਬ ਨਿਵਾਸ ਨਾ ਜਾਨਾ। ਇਹ ਨਹੀਂ ਸੱਤਾ ਤੇ ਬਲਵੰਡ ਜੀ ਨੇ ਸੋਚਿਆ ਵੀ ਇਹ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। ਇਹ ਕੌਣ ਵਿਚਾਰ ਕਰ ਰਿਹਾ ਜੀ? ਧੰਨ ਗੁਰੂ ਅਰਜਨ ਦੇਵ ਜੀ ਵਿਚਾਰ ਕਰਨ ਦੇ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਦੀ ਮਿਹਰ ਨਹੀਂ ਵੇਖੀ ਜੀ। ਕਈ ਵਾਰੀ ਬੰਦਾ, ਅਭਿਆਸੀ ਬੰਦਾ ਵੀ ਧੋਖਾ ਖਾ ਜਾਂਦਾ, ਮੈਂ 5 ਘੰਟੇ ਚੌਂਕੜਾ ਮਾਰ ਲੈਣਾ। ਨਹੀਂ, ਗੁਰੂ ਸਾਹਿਬ ਕਿਰਪਾ ਕਰਕੇ ਕਰਦੇ ਸਾਰਾ ਕੁਝ। ਹਾਂਜੀ, ਗਾਏ ਨੀਕ ਹਮ ਭਏ ਮਹਾਨਾ। ਤੇ ਸਾਧ ਸੰਗਤ ਜੀ ਕੀ ਕਰਦੇ ਆ? ਮਹਾਰਾਜ ਵਿਚਾਰ ਕਰਦੇ ਆ ਵੀ ਇਹ ਸੋਚਦੇ ਵੀ ਅਸੀਂ ਵਧੀਆ ਗਾਉਂਦੇ ਆ, ਅਸੀਂ ਮਹਾਨ ਹੋ ਗਏ ਆ। ਹਾਂਜੀ, ਹੰਕਾਰਤ ਕੁਛ ਸਮੇਂ ਬਿਤਾਵਾ। ਉਹ ਇਸੇ ਤਰੀਕੇ ਨਾਲ ਕੁਝ ਸਮਾਂ ਲੰਘ ਗਿਆ ਜੀ। ਹਾਂਜੀ, ਭਗਨੀ ਕੋ ਸੋ ਵਿਆਹ ਤਬ ਆਵਾ। ਤੇ ਬਲਵੰਡ ਜੀ ਦੀ ਧੀ ਦਾ ਵਿਆਹ ਆ ਗਿਆ, ਭੈਣ ਦਾ। ਸੱਤਾ ਬਲਵੰਡ ਜੀ ਦੀ ਭੈਣ ਦਾ ਵਿਆਹ ਆ ਗਿਆ। ਹਾਂਜੀ, ਯੁਗ ਭਰਾਤਾ ਸਤਿਗੁਰ ਢਿੱਗ ਗਏ। ਹੁਣ ਦੋਵੇਂ ਭਰਾ
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਜੀ ਚੱਲ ਕੇ, ਮੁਖ ਤੇ ਕਰਤ ਸੁਜਸ ਕੋ ਭਏ। ਤੇ ਮਹਾਰਾਜ ਜੀ ਦੀਆਂ ਸਿਫਤਾਂ ਕਰਨ ਲੱਗ ਪਏ। ਲੋੜ ਪੈਣ ਤੇ ਬੰਦਾ ਸਿਫਤਾਂ ਕਰਦਾ ਹੀ ਹੈ ਜੀ। ਹਾਂਜੀ, ਦਾਸ ਜਾਨ ਹਮ ਕਾਰਜ ਕੀਜਹਿ। ਕਹਿੰਦੇ ਸੱਚੇ ਪਾਤਸ਼ਾਹ ਸੇਵਕ ਜਾਣ ਕੇ ਸਾਡਾ ਇੱਕ ਕੰਮ ਕਰ ਦਿਓ। ਹਾਂਜੀ, ਦਰਬ ਵਿਸਾਲ ਆਪ ਅਬਦੀਜੈ। ਮਹਾਰਾਜ ਆਪ ਕਿਰਪਾ ਕਰੋ। ਸੱਚੇ ਪਾਤਸ਼ਾਹ ਸਾਨੂੰ ਖੁੱਲੀ ਮਾਇਆ ਦੀ ਲੋੜ ਹੈ। ਹਾਂਜੀ, ਜਿਸ ਤੇ ਕਰਹਿ ਵਿਆਹ ਹਮ ਭਾਰਾ। ਭੈਣ ਦਾ ਵਿਆਹ ਹੈ ਤੇ ਵਿਆਹ ਕਰਨਾ ਚਾਹੁੰਦੇ ਆ ਅਸੀਂ। ਤੇ ਸੰਗਤ ਜੀ ਮੈਂ ਵੇਖਿਆ ਜਿਨ੍ਹਾਂ ਬੰਦਿਆਂ ਨੇ ਗੁਰੂ ਤੇ ਟੇਕ ਰੱਖੀ ਨਾ ਜੀ, ਉਹਨਾਂ ਦੇ ਕਾਰਜ ਗੁਰੂ ਸਾਹਿਬ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਹੜੇ ਵੇਲੇ ਹੋ ਗਏ ਜੀ। ਕੱਜ ਕੇ ਆਖੋ ਵਾਹਿਗੁਰੂ। ਮੈਂ ਵੇਖਿਆ ਜੀ ਬਹੁਤ ਬਹੁਤ ਵਧੀਆ ਕਾਰਜ ਹੁੰਦੇ, ਮੈਂ ਖੁਦ ਵੇਖੇ ਨੇ ਜੀ। ਗਰੀਬ ਬੰਦਿਆਂ ਦੇ ਕਾਰਜ ਹੁੰਦੇ, ਮੈਂ ਖੁਦ ਵੇਖੇ ਜੀ। ਰਾਏ ਬਲਵੰਡ ਜੀ ਕਹਿਣ ਲੱਗੇ ਮਹਾਰਾਜ ਮੇਰੀ ਭੈਣ ਦਾ ਵਿਆਹ ਹੈ, ਕਿਰਪਾ ਕਰੋ। ਹਾਂਜੀ, ਪਿਖਹਿ ਸੁਨਹਿ ਹੋਏ ਸੁਜਸ ਤੁਮਾਰਾ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡਾ ਜਸ ਕਰਦੇ ਆ। ਲੋਕ ਵੇਖਣਗੇ ਸੁਣਨਗੇ ਵਿਆਹ ਵੀ ਚੰਗਾ ਵਿਆਹ ਕੀਤਾ, ਤੁਹਾਡਾ ਜਸ ਹੋਏਗਾ। ਇੰਨਾ ਕੁਝ ਕਹਿਣ ਦੀ ਤੇ ਗੁਰੂ ਨੂੰ ਲੋੜ ਹੀ ਨਹੀਂ ਹੈਗੀ ਜੀ। ਇੰਨੀ ਗੱਲ ਹੀ ਬਹੁਤ ਸੀਗੀ। ਉਹ ਗੁਰੂ ਸਾਹਿਬ ਨੇ ਇੰਨਾ ਹੀ ਬਹੁਤ ਸੀ ਵੀ ਮਹਾਰਾਜ ਸਾਡੇ ਘਰ ਵਿਆਹ ਹੈ, ਕਿਰਪਾ ਕਰਿਓ, ਮਦਦ ਕਰ ਦਿਓ, ਮਿਹਰ ਕਰ ਦਿਓ। ਮਦਦ ਦੀ ਵੀ ਛੱਡੋ, ਬੰਦਾ ਮਿਹਰ ਮੰਗ ਲੇ ਸਾਰਾ ਕੁਝ ਹੀ ਆ ਜਾਂਦਾ ਜੀ। ਹਾਂਜੀ, ਗੁਰੂ ਕਹਿਓ ਚਿੰਤਾ ਦੇਹੁ ਟਾਰਾ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਚਿੰਤਾ ਛੱਡ ਦਿਓ, ਇਸ ਗੱਲ ਦੀ ਕਹਿਣ ਲੱਗੇ। ਹਾਂਜੀ, ਸ਼੍ਰੀ ਨਾਨਕ ਕੋ ਅਤੁੱਟ ਭੰਡਾਰਾ। ਵਾਹ ਵਾਹ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਬੜੇ ਭੰਡਾਰੇ ਨੇ, ਕਹਿਣ ਲੱਗੇ। ਹਾਂਜੀ, ਪ੍ਰਾਤ ਕਾਲ ਜੇਤਿਕ ਧਨ ਆਵਹਿ। ਕਹਿੰਦੇ ਆ ਵੀ ਇਹਨਾਂ ਨੇ ਇਹ ਕਿਹਾ ਸੀਗਾ ਕਿ ਮਹਾਰਾਜ ਕਿਰਪਾ ਕਰੋ ਤੇ ਇੱਕ ਦਿਨ ਦਾ ਚੜਾਵਾ ਸਾਨੂੰ ਦੇ ਦਿਓ, ਸਾਰਾ ਹੀ ਜਿਹੜਾ ਤੁਹਾਡੇ ਅੱਗੇ ਚੜਦਾ। ਹੁਣ ਚੜਾਵਾ ਬਹੁਤ ਚੜਦਾ ਸੀਗਾ ਜੀ। ਮਹਾਰਾਜ ਕਹਿਣ ਲੱਗੇ ਫਿਰ ਕੋਈ ਗੱਲ ਨਹੀਂ, ਕੱਲ ਨੂੰ ਜਿੰਨੀ ਮਾਇਆ ਆਏਗੀ ਨਾ, ਹਾਂਜੀ, ਸਿੱਖ ਸੰਗਤ ਹਮ ਆਨ ਚੜਾਵੈ। ਜਿੰਨੀ ਸੰਗਤ ਸਾਨੂੰ ਮਾਇਆ ਚੜਾਏਗੀ, ਹਾਂਜੀ, ਸੋ ਸਭ ਹੀ ਤੁਮ ਲਿਹੋ ਸੰਭਾਰੀ। ਉਹ ਸਾਰੀ ਮਾਇਆ ਤੁਹਾਡੀ, ਕਹਿਣ ਲੱਗੇ। ਗੱਜ ਕੇ ਆਖੋ। ਤੇ ਸੰਗਤ ਬਹੁਤ ਆਉਂਦੀ ਸੀ ਮਹਾਰਾਜ ਕੋਲ, ਤੇ ਸੰਗਤ ਦੀ ਫਿਰ ਚੜਾਵਾ ਵੀ ਖੁੱਲਾ ਹੀ ਚੜਦਾ ਹੁੰਦਾ ਸੀਗਾ ਜੀ। ਹਾਂਜੀ, ਸਤਿਗੁਰ ਕਾਰਜ ਸਰਬ ਸੁਧਾਰੀ। ਮਹਾਰਾਜ ਕਹਿਣ ਲੱਗੇ ਤੁਹਾਡੇ ਸਾਰੇ ਕੰਮ ਮਹਾਰਾਜ ਸੁਧਾਰ ਦੇਣਗੇ। ਹਾਂਜੀ, ਦੋਹੋਂ ਸੁਨਤ ਮਨ ਆਨੰਦ ਪਾਏ। ਦੋਵੇਂ ਭਰਾ ਸੁਣ ਕੇ ਬੜੇ ਖੁਸ਼ ਹੋਏ ਵੀ ਕੱਲ ਤੇ ਦਿਨ ਵੀ ਬੜਾ ਵਧੀਆ, ਸੰਗਤ ਵੀ ਬੜੀ ਆਉਣੀ ਹੈ। ਹਾਂਜੀ, ਗੁਰ ਜਸ ਉਚਰਤ ਸਦਨ ਸਿਧਾਏ। ਮਹਾਰਾਜ ਧੰਨ ਧੰਨ ਤੁਸੀਂ, ਇਹ ਕਹਿੰਦੇ ਆਪਣੇ ਘਰ ਚਲੇ ਗਏ ਜੀ। ਹਾਂਜੀ, ਜਾਮਨ ਬੀਤੀ ਪ੍ਰਾਤ ਜਬ ਹੋਈ। ਜਦੋਂ ਸਾਧ ਸੰਗਤ ਜੀ ਰਾਤ ਲੰਘ ਗਈ, ਅਗਲਾ ਦਿਨ ਚੜਿਆ। ਦਰਸ਼ਨ ਕਰਨ ਆਏ ਸਭ ਕੋਈ। ਸਭ ਸੰਗਤਾਂ ਦਰਸ਼ਨ ਕਰਨ ਆਈਆਂ ਜੀ। ਹਾਂਜੀ, ਸਭ ਸੰਗਤ ਦੇ ਮਿਲਹਿ ਅਕੋਰ। ਹਾਂਜੀ, ਬੰਦੈ ਚਰਨ ਕਮਲ ਕਰ ਜੋਰ। ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ, ਮਾਇਆ ਰੱਖੀ, ਨਮਸਕਾਰਾਂ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੂੰ। ਹਾਂਜੀ, ਸਭ ਦਿਨ ਕੀ ਪੂਜਾ ਗਿਨ ਜਬੈ। ਸਾਰੇ ਦਿਨ ਦੀ ਮਾਇਆ ਦੀ ਗਿਣਤੀ ਹੋਈ ਜੀ ਉਸ ਦਿਨ ਦੀ। ਹਾਂਜੀ, ਭਇਓ ਰਚਤ ਪਨ 100 ਤਬੈ। ਤੇ 100 ਰਜਤ ਪਣ, ਭਾਵ ਜਿੰਨੀ ਕੁ ਮਾਇਆ ਚਾਂਦੀ ਦੇ ਸਿੱਕੇ ਚੱਲਦੇ ਸੀਗੇ, 100 ਰੁਪਈਆ ਉਸ ਸਮੇਂ ਦਾ ਇਕੱਠਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਿਆਹ ਵਾਸਤੇ ਥੋੜਾ ਹੈ ਜੀ, ਵਿਆਹ 'ਚ ਜ਼ਿਆਦਾ ਖਰਚਾ ਹੋ ਜਾਂਦਾ ਹੈ ਜੀ। ਹਾਂਜੀ, ਅੱਜ ਤੇ ਲੱਖਾਂ ਦੇ ਹਿਸਾਬ ਨਾਲ ਹੁੰਦਾ ਜੀ। ਜਿੰਨੇ ਕੁ ਕੰਮ ਅਸੀਂ ਵਧਾ ਲਏ ਆ ਨਾ, ਛੋਟਾ ਮੋਟਾ ਵਿਆਹ ਕਰਨ ਲੱਗਿਆ ਵੀ ਧੀ ਵਾਲਿਆਂ ਦਾ ਘੱਟੋ ਘੱਟ ਨਹੀਂ 5 ਲੱਖ ਖਰਚਿਆ ਜਾਂਦਾ ਹੈ ਜੀ, ਛੋਟਾ ਮੋਟਾ ਵਿਆਹ ਕਰਨ ਵਿੱਚ ਜੀ। ਸੋਨਾ ਦੇਣਾ, ਦਾਜ ਦੇਣਾ, ਕੱਪੜੇ ਦੇਣੇ, ਨੌਗੇ ਹੀ ਨਹੀਂ ਮਾਣ ਹੁੰਦੇ ਜੀ। ਹੋ ਜਾਂਦੇ ਧੀ ਵਾਲੇ ਤੇ ਵਿਚਾਰੇ ਪਿਸ ਜਾਂਦੇ ਜੀ। ਹਾਂਜੀ,
ਦੋਹੂ ਭਰਾਤ ਕੋ ਸਗਰੇ ਦੀਨ, ਗਰਬੇ ਮੂੜ ਨਹੀਂ ਤਬ ਲੀਨ। ਕਹਿਣ ਲੱਗੇ ਉਦਣ ਮੀਂਹ ਪਿਆ ਸੀ, ਸੰਗਤ ਘੱਟ ਆਈ ਸੀ ਥੋੜੀ ਜਿਹੀ। ਜਦੋਂ ਦੋਵਾਂ ਭਰਾਵਾਂ ਨੂੰ ਉਹ ਮਾਇਆ ਦੇ ਦਿੱਤੀ ਨਾ ਜੀ 100 ਰੁਪਈਆ, ਤੇ ਦੋਹੂ ਭਰਾਤ ਕੋ ਸਗਰੇ ਦੀਨ, ਗਰਬੇ ਮੂੜ ਨਹੀਂ ਤਬ ਲੀਨ। ਉਹ ਹੰਕਾਰੀ ਮੂਰਖ ਉਹਨਾਂ ਉਹ ਮਾਇਆ ਨਹੀਂ ਲਿੱਤੀ ਜੀ। ਕੀ ਕੀਤਾ? ਦੀਏ ਬਗਾਏ ਗੁਰੂ ਕੇ ਆਗੇ। ਉਹ ਮਾਇਆ ਵਗਾ ਕੇ ਮਹਾਰਾਜ ਦੇ ਅੱਗੇ ਕੀਤੀ ਜੀ। ਹੰਕਾਰੀ ਬੰਦਾ ਬੜਾ ਕੁਝ ਕਰ ਜਾਂਦਾ ਜੀ। ਹਾਂਜੀ, ਹਮ ਸੋ ਕਰਨ ਮਸ਼ਕਰੀ ਲਾਗੇ। ਕਹਿਣ ਲੱਗੇ ਮਹਾਰਾਜ ਆਪ ਸਾਡੇ ਨਾਲ ਮਸ਼ਕਰੀ ਕਰ ਰਹੇ ਹੋ, ਮਹਾਰਾਜ ਹਾਸਾ ਕਰ ਰਹੇ ਹੋ। ਹਾਂਜੀ, ਕਿਆ ਹਮ ਲੈ ਕੇ ਵਿਆਹ ਰਚਾਵਹਿ। ਇੰਨੀ ਕਮਾਇਆ ਨਾ ਦੱਸੋ ਕੀ ਵਿਆਹ ਹੋਏਗਾ। ਤੇ ਮੰਗੀ ਵੀ ਆਪ ਹੀ ਸੀ ਵੀ ਇੱਕ ਦਿਨ ਦਾ ਚੜਾਵਾ ਦੇ ਦਿਓ। ਗੱਜ ਕੇ ਆਖੋ। ਜੇ ਸਾਧ ਸੰਗਤ ਜੀ ਮਹਾਰਾਜ ਨੂੰ ਕਹਿ ਦਿੰਦੇ ਨਾ ਵੀ ਮਹਾਰਾਜ ਸਾਰਾ ਕਾਰਜ ਕਰਨਾ, ਮਹਾਰਾਜ ਨੇ ਆਪੇ ਹੀ ਕਰ ਦੇਣਾ ਸੀ ਸਾਰਾ ਕੁਝ। ਹੁਣ ਆਪੇ ਹੀ ਤੇ ਮੰਗੀ ਸੀ ਵੀ ਇੱਕ ਦਿਨ ਜਿੰਨਾ ਚਾਹੀਦਾ। ਧਨ ਬਹੁ ਘਰ ਤੇ ਕਿਉਂ ਨਾ ਦਿਵਾਵਹਿ। ਮਹਾਰਾਜ ਸਾਨੂੰ ਹੋਰ ਧਨ ਚਾਹੀਦਾ। ਹਾਂਜੀ, ਸੁਨ ਸਤਿਗੁਰੂ ਧੀਰਜ ਦੀਨ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਨਹੀਂ ਦੇਣਾ। ਸੱਚੇ ਪਾਤਸ਼ਾਹ ਨੇ ਧੀਰਜ ਦਿੱਤਾ ਗੁਰੂ ਅਰਜਨ ਸਾਹਿਬ ਨੇ। ਹਾਂਜੀ, ਪੂਰਾ ਹੈ ਸ਼੍ਰੀ ਨਾਨਕ ਇਸ਼ਕੀਨ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਇਹ ਲੈ ਜਾਓ, ਤੁਹਾਡੀਆਂ ਇੱਛਾਵਾਂ ਗੁਰੂ ਨਾਨਕ ਸਾਹਿਬ ਪੂਰੀਆਂ ਕਰ ਦੇਣਗੇ ਜੀ। ਹੁਣ ਮਹਾਰਾਜ ਦੇ ਬਚਨ ਨਹੀਂ ਨਾ ਸੁਣੇ, ਬਚਨਾਂ ਤੇ ਭਰੋਸਾ ਨਹੀਂ ਰੱਖਿਆ। ਹਾਂਜੀ, ਲੇਹੋ ਧਨ ਇਤੋ ਨਿਬਾਹੋ ਕਾਰ। ਇਹ ਧਨ ਲੈ ਲਓ, ਕੰਮ ਸਾਰੋ। ਮਹਾਰਾਜ ਕਹਿਣ ਲੱਗੇ ਹਾਂਜੀ, ਕਰਤ ਕੀਰਤਨ ਲਹੋ ਉਦਾਰ। ਕੀਰਤਨ ਕਰੋ ਖੂਬ ਮਾਇਆ ਆ ਜਾਣੀ। ਕਹਿਣ ਲੱਗੇ ਹਾਂਜੀ, ਸਤਿਗੁਰ ਘਰ ਤੇ ਨਿਤ ਤੁਮ ਲੈਣਾ। ਮਹਾਰਾਜ ਕਹਿਣ ਲੱਗੇ ਤੁਸੀਂ ਕਿਹੜਾ ਅੱਜ ਲੈਣਾ ਹੈ, ਤੁਸੀਂ ਤੇ ਰੋਜ਼ ਹੀ ਲੈਣਾ ਹੈ। ਰੋਜ਼ ਹੀ ਸੰਗਤਾਂ ਮਾਇਆ ਦੇਣੀ ਹੈ। ਗੱਜ ਕੇ ਆਖੋ। ਵੈਸੇ ਇੱਥੇ ਹਰ ਬੰਦਾ ਰੋਜ਼ ਹੀ ਲੈ ਕੇ ਜਾਂਦਾ, ਖੁਸ਼ੀਆਂ ਨਾਲ ਝੋਲੀ ਭਰਾ ਕੇ ਲੈ ਕੇ ਜਾਂਦਾ ਜੀ। ਏਕ ਬਾਰ ਨਹਿ ਕੀਨਸ ਦੇਣਾ। ਮਹਾਰਾਜ ਕਹਿਣ ਲੱਗੇ ਕੋਈ ਇੱਕੋ ਵਾਰੀ ਥੋੜੀ ਅਸੀਂ ਤੁਹਾਨੂੰ ਦੇਣਾ, ਅਸੀਂ ਤੇ ਰੋਜ਼ ਹੀ ਤੁਹਾਨੂੰ ਦੇਣਾ। ਹਾਂਜੀ, ਸਦਾ ਤੁਮਹਾਰੀ ਸਾਂਝ ਹਮਾਰੇ। ਵੇਖੋ ਮਹਾਰਾਜ ਕਿੱਡੇ ਵਧੀਆ ਬਚਨ ਕਰਨ ਦੇ। ਮਹਾਰਾਜ ਕਹਿਣ ਲੱਗੇ ਤੁਹਾਡੀ ਸਾਡੀ ਤੇ ਸਦਾ ਹੀ ਸਾਂਝ ਹੈਗੀ ਹੈ। ਤੁਸਾਂ ਕੀਰਤਨ ਕਰਨਾ, ਅਸੀਂ ਸੁਣਨਾ। ਨਹਿ ਫੇਰੋ ਲੀਜੋ ਇਹ ਪਿਆਰੇ। ਵਾਹ ਵਾਹ ਵਾਹ, ਆਖੋ ਵਾਹਿਗੁਰੂ। ਪਿਆਰ ਨਾਲ ਗੱਜ ਕੇ ਆਖੋ। ਮਹਾਰਾਜ ਕਹਿੰਦੇ ਪਿਆਰਿਓ ਲੈ ਲਓ। ਮਹਾਰਾਜ ਕਹਿੰਦੇ ਮਾਇਆ ਮੋੜੀ ਦੀ ਨਹੀਂ ਹੁੰਦੀ। ਹਾਂਜੀ, ਬਹੁ ਨਮਰਤਾ ਕਰ ਗੁਰੂ ਕਹਿਓ। ਬਹੁਤ ਨਿਮਰਤਾ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸੱਤਾ ਬਲਵੰਡ ਜੀ ਨੂੰ ਕਹਿਆ। ਤਬ ਸਭ ਦਰਬ ਹਾਥ ਨਿਜ ਗਹਿਓ। ਜਦੋਂ ਮਹਾਰਾਜ ਨੇ ਬਹੁਤੀ ਨਿਮਰਤਾ ਨਾਲ ਕਿਹਾ, ਫਿਰ ਉਹਨਾਂ 100 ਰੁਪਈਆ ਲੈ ਲਿਆ ਜੀ। ਲੈ ਗਮਨੇ ਮਤ ਮੰਦ ਨਿਕੇਤ। ਲੈ ਲੈ ਪਰ ਮਾੜੀ ਬੁੱਧੀ ਅੱਗੇ ਆਈ ਹੈ ਜੀ। ਘਰ ਨੂੰ ਚਲੇ ਗਏ ਜੀ। ਹਾਂਜੀ, ਬੋਲਤ ਭੇ ਗੁਰ ਨਿੰਦ ਸਮੇਤ। ਮਾਇਆ ਤੇ ਲੈ ਲਈ ਪਰ ਆਪਣੀ ਜੀਭ ਨਾਲ ਮਹਾਰਾਜ ਦੀ ਨਿੰਦਿਆ ਕਰਨ ਲੱਗ ਪਏ ਜੀ। ਨਿੰਦਿਆ ਤੇ ਕਿਸੇ ਦੀ ਨਹੀਂ ਚੰਗੀ, ਤੇ ਜੇ ਕੋਈ ਪੂਰੇ ਗੁਰੂ ਦੀ ਨਿੰਦਿਆ ਕਰੀ ਜਾਵੇ ਜੀ। ਨਹੀਂ ਆਜ ਤੇ ਨਿਕਟ ਪਧਾਰੈ। ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਅੱਜ ਤੋਂ ਬਾਅਦ ਨਹੀਂ ਅਸੀਂ ਜਾਣਾ ਮਹਾਰਾਜ ਦੇ ਕੋਲ। ਹਾਂਜੀ, ਨਹੀਂ ਕੀਰਤਨ ਕਬਹੁ ਉਚਾਰਹਿ। ਅਸੀਂ ਕੀਰਤਨ ਵੀ ਨਹੀਂ ਕਰਿਆ ਕਰਨਾ। ਕਹਿਣ ਲੱਗੇ ਹਾਂਜੀ, ਹਮਰੋ ਕਾਰਜ ਸਰਿਓ ਨਾ ਕੋਈ। ਸਾਡਾ ਤੇ ਕੰਮ ਬਣਿਆ ਹੀ ਨਹੀਂ। ਬੰਦਾ ਇਹੋ ਸੋਚਦਾ ਵੀ ਗੁਰੂ ਪੈਸੇ ਦੇਈ ਜਾਵੇ ਬਸ। ਆਖੋ ਵਾਹਿਗੁਰੂ। ਹਾਂਜੀ, ਮਹਾਰਾਜ ਕਮੀ ਨਹੀਂ ਰਹਿਣ ਦਿੰਦੇ, ਪਰ ਬੰਦਾ ਫਿਰ ਵੀ ਆਪਣੀ ਉਹੋ ਹੀ ਗੱਲ ਰੱਖਦਾ ਵੀ ਹਾਏ ਕੁਝ ਨਹੀਂ ਬਣਿਆ। ਹਾਏ ਹਾਏ ਕਰਨ ਦੀ ਆਦਤ ਨਹੀਂ ਜਾਂਦੀ ਜੀ। ਗੁਰ ਸਮੀਪ ਰਹਿ ਕਿਆ ਪੁੰਨ ਹੋਈ। ਕਹਿਣ ਲੱਗੇ ਦੱਸੋ ਮਹਾਰਾਜ ਦੇ ਲਾਗੇ ਰਹੇ ਆ, ਲਾਗੇ ਰਹਿਣ ਦਾ ਸਾਨੂੰ ਕੀ ਲਾਭ ਹੋਇਆ? ਹਾਂਜੀ, ਇਮ ਕਹਿ ਕਰ ਦਵੈ ਰਹੇ ਆਵਾਸ। ਇਹ ਗੱਲਾਂ ਕਰਦੇ ਆ, ਦੂਜਿਆਂ ਨੂੰ ਵੀ ਦੱਸਦੇ ਆ, ਆਪਣੇ ਘਰ ਹੀ ਰਹੇ ਜੀ ਫਿਰ। ਹਾਂਜੀ, ਨਹਿ ਗਮਨੇ ਸ਼੍ਰੀ ਸਤਿਗੁਰ ਪਾਸ। ਸ਼੍ਰੀ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਅਗਲੇ ਦਿਨ ਨਹੀਂ ਗਏ ਜੀ ਉਹ।
ਦਿਵਸ ਆਗਲੇ ਜਬ ਹੀ ਜਾਣੇ ਹਾਂਜੀ। ਸਿੱਖਿਨ ਸੋ ਤਬ ਬਾਕ ਬਖਾਨੇ। ਮਹਾਰਾਜ ਨੇ ਵੇਖਿਆ ਸੰਗਤਾਂ ਆ ਗਈਆਂ, ਸਾਡੇ ਕੀਰਤਨੀਏ ਹੀ ਨਹੀਂ ਆਏ। ਤੇ ਮਹਾਰਾਜ ਆਪਣੇ ਸਿੱਖਾਂ ਨੂੰ, ਪਿਆਰਿਆਂ ਨੂੰ ਕਹਿਣ ਲੱਗੇ, ਨਹੀਂ ਰਬਾਬੀ ਚੱਲ ਕਰ ਆਏ। ਮਹਾਰਾਜ ਕਹਿਣ ਲੱਗੇ, ਭਾਈ ਅੱਜ ਸਾਡੇ ਰਬਾਬੀ ਨਹੀਂ ਚੱਲ ਕੇ ਆਏ। ਜਾਹੋ ਸਦਨ ਤੇ ਲਿਆਓ ਬੁਲਾਏ। ਪਤਾ ਤੇ ਸਾਰੀ ਖੇਡ ਦਾ ਮਹਾਰਾਜ ਨੂੰ। ਮਹਾਰਾਜ ਕਹਿਣ ਲੱਗੇ, ਜਾਓ ਉਹਨਾਂ ਨੂੰ ਸੱਦ ਕੇ ਲੈ ਕੇ ਆਓ। ਹਾਂਜੀ। ਗੁਰ ਆਗਿਆ ਸੁਨ ਸਿੱਖ ਸਿਧਾਰੇ। ਇੱਕ ਸਿੱਖ ਉਹਦੇ ਨਾਲ ਕੁਝ ਪ੍ਰੇਮੀ ਮਹਾਰਾਜ ਦੀ ਆਗਿਆ ਸੁਣ ਕੇ ਰਾਏ ਬਲਵੰਡ ਜੀ ਦੇ ਘਰ ਗਏ ਜੀ, ਸੱਤਾ ਜੀ ਦੇ ਘਰ ਗਏ। ਘਰ ਕਿੱਥੇ ਸੀ ਭਲਾ? ਹਾਂਜੀ। ਜਾਏ ਘਰੋ ਤਿਨ ਸਾਥ ਉਚਾਰੇ। ਉਠੋ ਚੱਲੋ ਵੱਡ ਭਾਗ ਤੁਮਾਰਾ। ਸਾਧ ਸੰਗਤ ਜੀ, ਉਹਨਾਂ ਦਾ ਘਰ ਸੀਗਾ ਜਿੱਥੇ ਭਾਈ ਸ਼ਾਲੋ ਜੀ ਦਾ ਟੋਭਾ ਹੈ, ਉਹਦੇ ਲਾਗੇ ਘਰ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਸਿੱਖ ਗਏ, ਜਾਂਦਿਆਂ ਨੂੰ ਉਹ ਬੈਠੇ ਸੀਗੇ ਜੀ। ਕਹਿਣ ਲੱਗੇ, ਸਿੱਖ ਭਾਈ ਗੁਰੂ ਕੇ ਕੀਰਤਨੀਓ ਉਠੋ। ਕਹਿਣ ਲੱਗੇ, ਚੱਲੋ ਮਹਾਰਾਜ ਜੀ ਦੀ ਹਾਜ਼ਰੀ 'ਚ। ਸਤਿਗੁਰ ਸਿਮਰਤ ਕਰੋ ਹਕਾਰਾ। ਭਾਈ ਮਹਾਰਾਜ ਤੁਹਾਨੂੰ ਯਾਦ ਕਰ ਰਹੇ ਨੇ, ਮਹਾਰਾਜ ਨੇ ਤੁਹਾਨੂੰ ਸੱਦਿਆ ਹੈ। ਪਰਮ ਪ੍ਰਸੰਨ ਬਿਰਾਜਤ ਜਿਹਵਾ। ਮਹਾਰਾਜ ਬੜੇ ਖੁਸ਼ ਨੇ, ਬਹੁਤ ਖੁਸ਼ੀ 'ਚ ਬੈਠੇ ਹੋਏ ਨੇ। ਤੂਰਨ ਲਿਹੋ ਦਰਸ਼ਨ ਅਬ tehਵਾ। ਚਲੋ ਭਾਈ, ਮਹਾਰਾਜ ਆਪ ਜੀ ਨੂੰ ਯਾਦ ਕਰ ਰਹੇ ਨੇ। ਹਾਂਜੀ। ਸੁਨ ਸੱਤੇ ਬਲਵੰਡਹਿ ਕਹਿਓ। ਸੱਤਾ ਤੇ ਬਲਵੰਡ ਜੀ ਕਹਿਣ ਲੱਗੇ, ਗੁਰ ਢਿਗ ਜਾਏ ਕਹਾ ਹਮ ਲਹਿਓ। ਫਿਰ ਬੰਦਾ ਕਹਿੰਦਾ ਹੀ ਹੈ, ਦੱਸੋ ਅਸੀਂ ਉੱਥੇ ਕੀ ਖੱਟਿਆ ਜਾ ਕੇ। ਕਹਿਣ ਲੱਗੇ, ਗੱਜ ਕੇ ਆਖੋ ਇਹ ਪਤਾ ਹੀ ਨਹੀਂ, ਇੱਥੇ ਲਾਭ ਹੀ ਲਾਭ ਹੈ। ਇੱਥੇ ਤੇ ਬਚਨ ਹੀ ਕਰ ਦੇਣ ਤੇ ਸਾਰਾ ਕੰਮ ਆਪੇ ਹੋ ਜਾਣਾ ਜੀ। ਇੱਕ ਵਿਆਹ ਦੀ ਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਮੈਂ ਖੁਦ ਦੇਖਿਆ ਕਿਵੇਂ ਸਿੱਖਾਂ ਦੇ ਕਾਰਜਾਂ ਵਿੱਚ ਮਹਾਰਾਜ ਆਪਣੀ ਕਲਾ ਵਰਤਾ ਕੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਾਰਜ ਕਰਾ ਦਿੰਦੇ ਜੀ। ਹਾਂਜੀ। ਜਬ ਹਮ ਕੀਰਤਨ ਕਰਹਿ ਬਨਾਏ। ਆਏ ਦੀਵਾਨ ਸਰਬ ਲੱਗ ਜਾਏ। ਉਹ ਫਿਰ ਜ਼ਿਆਦੀਆਂ ਹੀ ਗੱਲਾਂ ਕਰਨ ਲੱਗ ਪਏ। ਕਹਿੰਦੇ ਜਦੋਂ ਅਸੀਂ ਜਾਂਦੇ ਆ, ਕੀਰਤਨ ਕਰਦੇ ਆ, ਦੀਵਾਨ ਲੱਗਦਾ। ਹਾਂਜੀ। ਸ਼੍ਰੀ ਅਰਜਨ ਵਿੱਚ ਬੈਠੇ ਆਈ। ਸੰਗਤਾਂ ਆਉਂਦੀਆਂ ਨੇ, ਮਹਾਰਾਜ ਉਹਨਾਂ ਦੇ ਵਿੱਚ ਘਰ ਬੈਠਦੇ ਆ। ਗੁਰੂ ਗੁਰੂ ਕਹਿ ਸਭ ਲੱਗ ਪਾਈ। ਤੇ ਸੰਗਤਾਂ ਗੁਰੂ ਗੁਰੂ ਕਹਿ ਕੇ ਮਹਾਰਾਜ ਦੇ ਚਰਨੀ ਹੱਥ ਲਾਉਂਦੀਆਂ। ਸਾਡੇ ਕਰਕੇ ਸੰਗਤ ਆਉਂਦੀ ਹੈ ਨਾ। ਗੱਜ ਕੇ ਆਖੋ ਬੰਦੇ ਨੂੰ ਭੁਲੇਖਾ ਹੈ ਵੀ ਮੇਰੀ ਕਥਾ ਕਰਕੇ ਲੋਕ ਗੁਰਦੁਆਰੇ ਆਉਂਦੇ ਆ, ਮੇਰੇ ਕੀਰਤਨ ਕਰਕੇ ਗੁਰਦੁਆਰੇ ਆਉਂਦੇ ਨਹੀਂ। ਜਿੰਨਾ ਚਿਰ ਆ ਸਾਡੇ ਸੱਚੇ ਪਾਤਸ਼ਾਹ ਬੈਠੇ, ਇਹਨਾਂ ਕਰਕੇ ਆਉਂਦੇ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਸੁੱਖ ਆਸਨ 'ਚ ਚਲੇ ਜਾਣ, ਕਰੀ ਜਾਈਏ ਹਾਂ ਕਥਾ, ਕਿੰਨੇ ਕੁ ਲੋਕਾਂ ਨੇ ਆਉਣਾ ਜੀ। ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਦਾਂ ਨਹੀਂ ਗੱਜ ਕੇ ਕਿਹਾ ਕਰੋ। ਸੱਚੇ ਪਾਤਸ਼ਾਹ ਨੇ ਸਾਡੇ ਦੁੱਖ ਸੁਣਨੇ, ਸੱਚੇ ਪਾਤਸ਼ਾਹ ਨੇ ਸਾਡੇ ਸੁੱਖ ਸੁਣਨੇ, ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤਾਂ ਕਰਨੀਆਂ ਜੀ। ਮੈਂ ਹੋਰ ਥਾਓ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੈ। ਕਹਿਣ ਲੱਗੇ ਸਾਡੇ ਕਰਕੇ ਦੀਵਾਨ ਸਜਦਾ, ਸਾਡੇ ਕਰਕੇ ਸੰਗਤਾਂ ਆਉਂਦੀਆਂ, ਗੁਰੂ ਜੀ ਨੂੰ ਧੰਨ ਧੰਨ ਕਹਿੰਦੀਆਂ। ਅਨੇਕ ਉਪਾਇਨ ਆਨ ਚੜਾਵੈ ਹੈ। ਤੇ ਅਸੀਂ ਕੀਰਤਨ ਕਰਦੇ, ਸੰਗਤਾਂ ਸੁਣਦੀਆਂ, ਮਹਾਰਾਜ ਨੂੰ ਮੱਥਾ ਟੇਕਦੀਆਂ, ਪੇਟਾਵਾਂ ਰੱਖਦੀਆਂ। ਹੇਰ ਹੇਰ ਜਸ ਹੇਰ ਹੇਰ ਕਰ ਸੁਜਸ ਅਲਾਵੈ। ਤੇ ਫਿਰ ਸਾਡਾ ਦੀਵਾਨ ਲੱਗਾ ਹੁੰਦਾ, ਸੰਗਤਾਂ ਦਰਸ਼ਨ ਕਰਦੀਆਂ, ਮਹਾਰਾਜ ਦਾ ਸਿਫਤਾਂ ਕਰਦੀਆਂ ਨੇ, ਸਾਡੇ ਕਰਕੇ ਹੀ ਹੈ। ਹਾਂਜੀ। ਗੁਰਤਾ ਗਾਦੀ ਕੋ ਹਮ ਮੂਲ। ਇੱਥੋਂ ਤੱਕ ਕਹਿ ਦਿੱਤਾ ਵੀ ਗੁਰਤਾ ਗੱਦੀ ਦੇ ਤੇ ਮੁੱਢ ਅਸੀਂ ਆ, ਸਾਡੇ ਕਰਕੇ ਗੱਦੀ ਚੱਲਦੀ ਹੈ। ਨਹਿ ਜਬ ਜਾਏ ਹੋਏ ਪ੍ਰਤਕੂਲ। ਜਦੋਂ ਅਸੀਂ ਨਾ ਜਾਵਾਂਗੇ ਆਪੇ ਉਲਟ ਕੰਮ ਹੋ ਜਾਏਗਾ। ਹਾਂਜੀ। ਤਿਨ ਕੋ ਗੁਰ ਨਾ ਕਹਿ ਕੋਈ, ਧਨ ਕੀ ਪੂਜਾ ਕਿਤ ਤੇ ਹੋਈ। ਫਿਰ ਬਹੁਤ ਹੀ ਉਲਟ ਗੱਲਾਂ ਕਰਨ ਲੱਗ ਪਏ। ਕਹਿਣ ਲੱਗੇ ਸਾਡੇ ਅਸੀਂ ਨਾ ਗਏ ਤੇ ਗੁਰੂ ਕੌਣ ਕਹੇਗਾ, ਕਿਵੇਂ ਮਾਇਆ ਆਏਗੀ ਉਹਨਾਂ ਕੋਲ। ਕਈ ਵਾਰੀ ਹੁਣ ਵੀ ਇਹ ਭੁਲੇਖਾ ਹੈ ਬਹੁਤ ਸਾਰੇ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਨੂੰ,
ਚਲੋ ਇੱਥੇ ਬੜੀ ਮਿਹਰ ਹੈ, ਗੁਰੂ ਸਾਹਿਬ ਦੀ ਕਿਰਪਾ ਹੈ, ਪਰ ਬਹੁਤ ਥਾਵਾਂ ਤੇ ਹਰ ਇੱਕ ਨੂੰ ਭੁਲੇਖਾ ਪੈ ਜਾਂਦਾ ਹੈ ਵੀ ਸਾਡੇ ਕਰਕੇ ਗੁਰਦੁਆਰੇ ਚੱਲਣ ਦਾ ਹੈ ਜੀ, ਗੁਰੂ ਘਰ ਸਾਡੇ ਕਰਕੇ ਚੱਲਦਾ ਹੈ। ਮੈਨੂੰ ਮਾਫ ਕਰਿਓ, ਇੱਥੇ ਸਮਝਣ ਥੋੜੇ ਆਉਂਦੇ ਆ, ਸਮਝਾਉਣ ਬਹੁਤੇ ਆਉਂਦੇ ਆ। ਗੱਜ ਕੇ ਆਖੋ, ਮੈਂ ਆਪਣੇ ਸਮੇਤ ਗੱਲ ਕਰਦਾ, ਪਤਾ ਕਥਾ ਸੁਣਾਉਣੀ ਜਾ ਕੇ, ਸੁਣਨ ਕਿਹੜਾ ਆਉਂਦਾ ਹੈ ਜੀ, ਇਹ ਤਾਂ ਤੁਹਾਡੇ ਵਰਗੀਆਂ ਰੱਬ ਰੂਪ ਸੰਗਤਾਂ ਨੇ ਜਿਹੜੀਆਂ ਸੁਣਨ ਆਉਂਦੀਆਂ ਨੇ ਜੀ, ਨਹੀਂ ਤੇ ਬਹੁਤ ਬੰਦੇ ਸਮਝਾਉਣ ਆ ਜਾਂਦੇ ਜੀ। ਹਾਂਜੀ, ਇੱਥੇ ਆਪਾਂ ਸਾਰਿਆਂ ਨੇ ਗੁਰੂ ਜੀ ਦੀ ਬਾਣੀ ਨੂੰ ਸਮਝਣਾ ਹੈ ਜੀ, ਗੁਰੂ ਜੀ ਦੀ ਮਹਿਮਾ ਨੂੰ ਸਮਝਣਾ ਹੈ ਜੀ। ਹੁਣ ਬਹੁਤ ਹੀ ਪੁੱਠੀਆਂ ਗੱਲਾਂ ਵੀ ਸਾਡੇ ਤੋਂ ਬਗੈਰ ਤੇ ਕੰਮ ਨਹੀਂ ਚੱਲਣਾ। ਹਮ ਬਿਨ ਬੈਠੇ ਰਹੇ ਇਕਾਕੀ, ਅਸੀਂ ਨਾ ਗਏ ਤੇ ਮਹਾਰਾਜ ਇਕੱਲੇ ਬੈਠੇ ਰਹਿਣਗੇ ਕਹਿੰਦੇ। ਮਹਿਮਾ ਸਕਲ ਜਾਏ ਹੈ ਤਾਕੀ, ਹਾਂ, ਸਾਰੀ ਮਹਿਮਾ ਚਲੇ ਜਾਏਗੀ ਉਹਨਾਂ ਦੀ। ਸੁਨ ਸਿੱਖ ਨੇ ਪੁਨ ਸਮਝਾਇਓ, ਸਿੱਖ ਨੇ ਫਿਰ ਸਮਝਾਇਆ ਜੀ ਉਹਨਾਂ ਨੂੰ। ਸੁਮਤ ਵਿਸਾਰ ਕਹਾਂ ਗਰਬ ਆਇਓ, ਕੀ ਤੁਸੀਂ ਚੰਗੀ ਮਤ ਭੁਲਾ ਕੇ ਬਹਿ ਗਏ ਹੋ ਤੇ ਹੰਕਾਰ ਕਰੀ ਜਾਂਦੇ ਹੋ। ਕਹਿਣ ਲੱਗੇ ਕਿਆ ਅਨਬੁਨ ਬੋਲੋ ਮੁਖ ਬਾਣੀ, ਕੀ ਅੱਜ ਅਨਬਨ ਦੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਇਹ ਚ। ਕਹਿ ਬਾਵਰ ਕਹਿ ਜਿਮ ਮਦ ਪਾਨੀ, ਜਿਵੇਂ ਸ਼ਰਾਬੀ ਬੰਦਾ ਗੱਲਾਂ ਕਰਦਾ ਜੋ ਉਵੇਂ ਦੀਆਂ ਗੱਲਾਂ ਕਰਨ ਦਾ ਹੋ ਤੁਸੀਂ। ਹਾਂਜੀ, ਤੁਮ ਸਤਿਗੁਰ ਤੇ ਸ਼ੁਭ ਹੋ ਭਲੇ, ਭਾਈ ਗੁਰੂ ਸਾਹਿਬ ਤੁਹਾਡੇ ਕਰਕੇ ਨਹੀਂ, ਤੁਸੀਂ ਗੁਰੂ ਸਾਹਿਬ ਕਰਕੇ ਹੋ। ਸੱਤਾ ਜੀ ਬਲਵੰਡ ਜੀ ਨੂੰ ਚੇਤਾ ਭੁੱਲ ਗਿਆ ਵੀ ਕਿਵੇਂ ਆ ਕੇ ਤਰਲੇ ਲੈਂਦੇ ਸੀ, ਮੈਨੂੰ ਰੱਖ ਲਓ ਮਹਾਰਾਜ। ਕਰੋ ਕੀਰਤਨ ਤਿਨ ਕੋ ਮਿਲੇ, ਜਾਓ ਜਾ ਕੇ ਮਹਾਰਾਜ ਨੂੰ ਮਿਲੋ, ਮਹਾਰਾਜ ਦੀ ਹਾਜ਼ਰੀ ਚ ਕੀਰਤਨ ਕਰੋ। ਜਗਤ ਬਿਖੈ ਤੁਮਰੀ ਵਡਿਆਈ, ਬਾਹਰੋ ਦਰਬ ਲਿਓ ਸਮਦਾਈ। ਸਿੱਖ ਨੇ ਕਿਹਾ ਜਗਤ ਵਿੱਚ ਤੁਹਾਡੀ ਵਡਿਆਈ ਗੁਰੂ ਸਾਹਿਬ ਕਰਕੇ ਹੈ, ਮਾਇਆ ਜਿੰਨੀ ਮਰਜ਼ੀ ਗੁਰੂ ਸਾਹਿਬ ਕੋ ਲੈ ਲਓ। ਉਠੋ ਚੱਲੋ ਮਾਨੋ ਬਚ ਮੇਰਾ, ਤੁਮ ਪਰ ਗੁਰੂ ਪ੍ਰਸੰਨ ਕਨੇਰਾ। ਸਿੱਖ ਕਹਿਣ ਲੱਗਾ ਉਠੋ, ਮੈਨੂੰ ਪਤਾ ਗੁਰੂ ਅਰਜਨ ਦੇਵ ਜੀ ਤੁਹਾਡੇ ਤੇ ਖੁਸ਼ ਨੇ, ਮਹਾਰਾਜ ਦੀਆਂ ਖੁਸ਼ੀਆਂ ਲੈ ਲਓ। ਇਮ ਪ੍ਰਕਾਰ ਸਿੱਖ ਕਹਿ ਬਹੁਹਾਰਿਓ, ਇਸ ਪ੍ਰਕਾਰ ਸਿੱਖ ਕਹਿ ਬਹੁਹਾਰ। ਸਿੱਖ ਨੇ ਬੜੀ ਵਾਰੀ ਕਿਹਾ ਜੀ, ਕਹਿ ਹਾਰ ਗਿਆ। ਨਹੀਂ ਚੱਲਣ ਕੋ ਮੂਡ ਉਚਾਰਿਓ, ਉਹਨਾਂ ਨੇ ਨਹੀਂ ਕਰ ਜਾਣ ਦਾ ਫੁਰਨਾ ਬਣਾਇਆ ਜੀ, ਗੁਰੂ ਘਰ ਜਾਣ ਦਾ। ਉੱਥੇ ਹੀ ਮੂਰਖਾਂ ਦੀ ਤਰ੍ਹਾਂ ਬੈਠੇ ਰਹੇ। ਜਾਏ ਗੁਰੂ ਕੇ ਨਿਕਟ ਉਚਾਰੇ, ਹਾਰ ਕੇ ਸਿੱਖ ਨੇ ਫਿਰ ਮਹਾਰਾਜ ਨੂੰ ਆ ਕੇ ਦੱਸਿਆ। ਨਹਿ ਆਵਤ ਬਿਨ ਮਤ ਹੰਕਾਰੇ, ਬਿਨਾ ਮਤ ਦੇ ਹੋ ਗਏ ਆ, ਹੰਕਾਰ ਵਾਲੇ ਹੋ ਗਏ ਆ, ਆ ਨਹੀਂ ਰਹੇ ਮਹਾਰਾਜ। ਸੁਨ ਸਤਿਗੁਰ ਸਿੱਖ ਔਰ ਪਠਾਵਾ, ਮਹਾਰਾਜ ਗਰੀਬ ਨਵਾਜ ਨੇ ਇੱਕ ਸਿੱਖ ਹੋਰ ਭੇਜਿਆ ਜੀ। ਉੱਥੇ ਦੱਸਦੇ ਆ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਵੀ ਭੇਜਿਆ ਸੀਗਾ ਜੀ। ਲੇਨ ਹੇਤ ਤਿਨ ਸਦਨ ਸਿਧਾਵਾ, ਜਾਓ ਭਾਈ ਉਹਨਾਂ ਨੂੰ ਘਰ ਵਿੱਚੋਂ ਲੈ ਕੇ ਆਵੋ। ਚੱਲੋ ਰਬਾਬੀ ਗੁਰੂ ਹਕਾਰਤ, ਢਿੱਗ ਚੱਲ ਨਿਜ ਦੁੱਖ ਕਿਉਂ ਨਾ ਉਚਾਰਤ। ਉਸ ਸਿੱਖ ਨੇ ਜਾ ਕੇ ਬੇਨਤੀ ਕੀਤੀ, ਰਬਾਬੀਓ ਉਠੋ, ਮਹਾਰਾਜ ਤੁਹਾਨੂੰ ਯਾਦ ਕਰਦੇ, ਸੱਚੇ ਪਾਤਸ਼ਾਹ ਕੋਲ ਚੱਲੋ। ਨੌ ਨਿਧ ਰਿੱਧ ਸਿੱਧ ਰਮਾ ਬਡੇਰੀ, ਨੌ ਨਿਧੀਆਂ ਰਿੱਧ ਸਿੱਧ ਵੱਡੀ ਲక్ష్ਮੀ ਤੇ ਮਹਾਰਾਜ ਦੇ ਚਰਨਾਂ ਵਿੱਚ ਹੈਗੀ ਆ। ਕਿਹੜੀ ਗੱਲ ਕਰਦੇ ਹੋ ਤੁਸੀਂ। ਸ਼੍ਰੀ ਗੁਰ ਕੋ ਰੁਖ ਨਿਤ ਪ੍ਰਤ ਹੇਰੀ, ਤੇ ਰਿੱਧੀਆਂ ਸਿੱਧੀਆਂ ਤੇ ਮਹਾਰਾਜ ਵੱਲ ਵੇਖਦੀਆਂ ਨੇ। ਉਠੋ ਮਹਾਰਾਜ ਕੋਲ ਚੱਲੋ। ਜਿਸ ਦਿਸ਼ ਸ਼ਾਰਤ ਆਪ ਉਸਾਰਤ, ਭਾਈ ਸਿੱਖੋ ਜਦੋਂ ਜਿੱਧਰ ਮਹਾਰਾਜ ਇਸ਼ਾਰਾ ਕਰ ਦੇਣ ਨਾ, ਤਿਸ ਢਿੱਗ ਜਾਤ ਬਿਲਮ ਨਹਿ ਧਾਰਤ। ਭਾਈ ਰਿੱਧੀਆਂ ਸਿੱਧੀਆਂ ਤੇ ਲక్ష్ਮੀ ਤੇ ਉਸ ਪਾਸੇ ਨੂੰ ਤੁਰ ਪੈਂਦੀ ਹੈ। ਉਠੋ ਮਹਾਰਾਜ ਕੋਲ ਚੱਲੋ। ਅਬ ਪ੍ਰਭ ਕੋ ਤੁਮ ਤਿਆਗਤ ਕੈਸੇ, ਸਮਝ ਸੋ ਮਿਲੋ ਪ੍ਰਤੀਖਤ ਬੈਸੇ। ਐਸੇ ਗੁਰੂ ਅਰਜਨ ਦੇਵ ਜੀ ਨੂੰ ਤੁਸੀਂ ਛੱਡ ਰਹੇ ਹੋ, ਸਮਝੋ ਗੱਲ ਨੂੰ। ਮਹਾਰਾਜ ਤੁਹਾਨੂੰ ਉਡੀਕ ਰਹੇ ਨੇ। ਦੋਨੋਂ ਭਰਾਤ ਗਰਭ ਧਰ ਕਹਿਓ, ਪਰ ਦੋਵਾਂ ਦੇ ਮਨ 'ਚ ਹੀ ਹੰਕਾਰ ਹੈ। ਦੋਵੇਂ ਹੰਕਾਰ ਨਾਲ ਕਹਿਣ ਲੱਗੇ, ਤਿੰਨ ਢਿੱਗ ਹਮਹੋਂ ਕਛੂ ਨਹਿ ਲਹਿਓ। ਕਹਿੰਦਾ ਅਸੀਂ ਤੇ ਉਹਨਾਂ ਕੋਲੋਂ ਕੁਝ ਵੀ ਨਹੀਂ ਪ੍ਰਾਪਤ ਕੀਤਾ, ਭੁੱਲ ਗਿਆ ਨਾ ਸਾਰਾ ਕੁਝ।
ਹਾਂਜੀ नह जाए अब कैसे पास, तिनको ताज हम रहें आवास। ਅਸੀਂ ਇੱਥੇ ਹੀ ਰਹਿਣਾ ਹੈ, ਘਰ ਹੀ ਰਹਿਣਾ ਹੈ। ਹੁਣ ਕਠੋਰ सुन कठोर बानी तिन केरी, ਹਾਂਜੀ। कहो जाए गुरु को तिस बेरी। ਜਦੋਂ ਨਹੀਂ ਨਾ ਆਏ ਹੋ, ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ ਜੀ। ਹਾਂਜੀ प्रभ जी नह माने किम मूढ़े। ਮਹਾਰਾਜ ਉਹ ਮੂਰਖ ਹੋ ਗਏ ਹੈ, ਮੰਨਦੇ ਨਹੀਂ ਗੱਲ। ਰਹਿਓ ਗਰਭ ਮਤ ਹਿਰਦੇ ਅਰੂਢੇ। ਮਹਾਰਾਜ ਉਹਨਾਂ ਦੇ ਮਨ ਵਿੱਚ ਤੇ ਹੰਕਾਰ ਵੱਧ ਗਿਆ ਮਹਾਰਾਜ। ਹਾਂਜੀ ਸੁਨ ਸ਼੍ਰੀ ਅਰਜਨ ਸ਼ਿਮਾ ਧਿਆਨਾ, ਸੁਨ ਸ਼੍ਰੀ ਅਰਜਨ ਸ਼ਿਮਾ ਨਿਧਾਨਾ। ਗੱਜ ਕੇ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੁਨ ਸ਼੍ਰੀ ਅਰਜਨ ਸ਼ਿਮਾ ਨਿਧਾਨਾ। ਮਾਫੀ ਦੇ ਖਜ਼ਾਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸੁਣਿਆ, ਝੂਠੇ ਤਿਨ ਕੋ ਕਰਨ ਮਹਾਨਾ। ਤੇ ਮਹਾਰਾਜ ਕਹਿਣ ਲੱਗੇ ਫਿਰ ਹੁਣ ਇਹਨਾਂ ਨੂੰ ਝੂਠਿਆਂ ਕਰਨਾ ਪੈਣਾ ਹੈ, ਇਸ ਤਰ੍ਹਾਂ ਨਹੀਂ ਇਹਨਾਂ ਨੇ ਮੰਨਣਾ। ਹਾਂਜੀ ਆਪ ਚੱਲਨ ਕੋ ਬਿਉਂਤ ਵਿਚਾਰਾ। ਧੰਨ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਫੁਰਨਾ ਬਣਾਉਂਦੇ ਆ, ਅਸੀਂ ਆਪ ਜਾ ਕੇ ਉਹਨਾਂ ਦੇ ਘਰ ਉਹਨਾਂ ਨੂੰ ਲੈ ਕੇ ਆਵਾਂਗੇ। ਹਾਂਜੀ ਤਿਨ ਕੇ ਵਿਦਿਆ ਕੋ ਅਹੰਕਾਰਾ। ਪਰ ਨਾਲ ਵਿਚਾਰ ਕਰਦੇ ਵੀ ਉਹਨਾਂ ਨੂੰ ਆਪਣੀ ਰਾਗ ਵਿਦਿਆ ਤੇ ਹੰਕਾਰ ਹੈਗਾ। ਹਾਂਜੀ ਸਾਦਰ ਆਨਹਿ ਤਿਨ ਕੋ ਜਾਏ। ਪਰ ਮਹਾਰਾਜ ਕਹਿਣ ਲੱਗੇ ਸਤਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਉਨੇ ਆ। ਹਾਂਜੀ ਬਾਹਰੋ ਦਰਬ ਦੇਹ ਸਮੁਦਾਏ। ਮਾਇਆ ਦੀ ਕਾਰੀ ਗੱਲ ਹੈ, ਜਿੰਨੀ ਕਹਿਣ ਓਨੀ ਲੈ ਲੈਣਾ। ਹਾਂਜੀ ਕਰੈ ਕੀਰਤਨ ਗੁਰ ਜਸ ਗਾਵੈ। ਭਾਈ ਕੀਰਤਨ ਕਰਦੇ ਐ, ਗੁਰੂ ਜੀ ਦਾ ਜਸ ਗਾਉਂਦੇ ਐ। ਸਿੱਖ ਸੰਗਤ ਕੇ ਹਿਰਦੈ ਬਸਾਵੈ। ਤੇ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਉਹ ਵਸਦਾ ਹੈ। ਤੇ ਚਲੋ ਆਪ ਜਾ ਕੇ ਲੈ ਕੇ ਆਉਂਦੇ ਆ। ਚਾਹੀਏ ਹੈ ਰੁਚਿਰ ਰਬਾਬੀ ਹਮੈ। ਮਹਾਰਾਜ ਕਹਿਣ ਲੱਗੇ ਸਾਨੂੰ ਤੇ ਚਾਹੀਦੇ ਸੋਹਣਾ ਰਬਾਬ ਵਜਾ ਕੇ ਕੀਰਤਨ ਕਰਨ ਵਾਲੇ ਸਿੱਖ। ਹਾਂਜੀ ਕਰਹਿ ਕੀਰਤਨ ਦੋਨੋਂ ਸਮੇਂ। ਤੇ ਦੋਨੋਂ ਸਮੇਂ ਕੀਰਤਨ ਕਰਦੇ ਨੇ ਤੇ ਆਪ ਚੱਲ ਕੇ ਲੈ ਕੇ ਆਉਨੇ ਆ। ਕਿੱਡੇ ਵੱਡੇ ਸੱਚੇ ਪਾਤਸ਼ਾਹ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਹਾਂਜੀ ਇਮ ਵਿਚਾਰ ਕਰ ਭੇ ਗੁਰ ਤਿਆਰੀ। ਇਮ ਵਿਚਾਰ ਕਰ ਭੇ ਗੁਰ ਤਿਆਰੀ। ਇਹ ਵਿਚਾਰ ਕਰਕੇ ਸਿੱਖਾਂ ਦੇ ਨਾਲ ਮਹਾਰਾਜ ਆਪ ਚੱਲਣ ਦੀ ਤਿਆਰੀ ਕੀਤੀ ਜੀ। ਜਿਨ ਸੁਭਾਵ ਪਰ ਕਵ ਬਲਿਹਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਿੱਖੋ ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਰੁਣਾ ਵਾਲੇ ਇਸ ਸੁਭਾਵ ਤੋਂ ਮੈਂ ਬਲਿਹਾਰ ਜਾਨਾ। ਕਹਿਣ ਲੱਗੇ ਦਾਤੇ ਹੋ ਕੇ ਮਾਲਕ ਹੋ ਕੇ ਆਪ ਲੈਣ ਜਾ ਰਹੇ ਐ, ਔਰ ਇੱਕ ਆਕੜੇ ਹੋਏ ਬੰਦੇ ਜਿਹੜੇ ਆਉਣਾ ਚਾਹੁੰਦੇ ਹੀ ਨਹੀਂ ਐ ਆਪ ਲੈਣ ਜਾ ਰਹੇ ਨੇ ਜੀ। ਕਿੱਡਾ ਵਧੀਆ ਸੁਭਾਅ ਮਹਾਰਾਜ ਦਾ, ਕਿੰਨੀ ਨਿਮਰਤਾ ਵਾਲਾ ਸੁਭਾਅ ਹੈ, ਕਿੰਨੀ ਨਿਮਰਤਾ ਵਾਲਾ, ਕਿੰਨਾ ਨੀਵਾਂ ਪਨ ਰੱਖਦੇ ਮਹਾਰਾਜ। ਕਹਿੰਦੇ ਮੈਂ ਬਲਿਹਾਰ ਜਾਣਾ ਆਪਣੇ ਸਤਿਗੁਰੂ ਜੀ ਤੋਂ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਸੱਚੇ ਪਾਤਸ਼ਾਹ ਮਿਹਰ ਕਰਨ। ਅੱਗੋਂ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ